ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਉਗਵੈ ਦਾਲ। ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਭੈ ਵਿੱਚ ਖੁੰਭ ਚੜਾਈਐ, ਸ਼ਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਵਾਹਿਗੁਰੂ ਦੀ ਕਿਰਪਾ ਦੇ ਨਾਲ ਸਿੱਖ ਧਰਮ ਦੇ ਮੋਢੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਉਚਾਰਨ ਕੀਤੀ ਹੋਈ ਆਸਾ ਦੀ ਵਾਰ ਦੀ ਆਪਾਂ ਲੜੀ ਵਾਰ ਵਿਚਾਰ ਕਰ ਰਹੇ ਹਾਂ। 10 ਪੌੜੀਆਂ ਅਤੇ ਨਾਲ ਆਏ ਸ਼ਲੋਕਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ 11ਵੀਂ ਪੌੜੀ ਤੇ 11ਵੀਂ ਪੌੜੀ ਦੇ ਨਾਲ ਆਏ 3 ਸ਼ਲੋਕਾਂ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਾਂਗੇ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਸਰਵਣ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ। ਸ਼ਲੋਕ ਮਹੱਲਾ ਪਹਿਲਾ। ਮਹੱਲਾ ਪਹਿਲਾ ਤੋਂ ਭਾਵ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਇਹ ਸ਼ਲੋਕ ਹੈ। ਸੱਚ ਕਾਲ ਕੂੜ ਵਰਤਿਆ, ਕਲ ਕਾਲਖ ਬੇਤਾਲ। ਮਹਾਰਾਜ ਸੱਚੇ ਪਾਤਸ਼ਾਹ ਅੱਜ ਦੇ ਸਮੇਂ ਦਾ ਵਰਣਨ ਕਰ ਰਹੇ ਹਨ। ਕਲਯੁਗ ਦਾ ਸਮਾਂ ਜਿਹਨੂੰ ਕਿਹਾ ਜਾਂਦਾ ਕਿ ਕੀ ਹੋ ਰਿਹਾ, ਇੱਥੇ ਕੀ ਵਰਤਾਰਾ ਹੈ। ਸੱਚ ਕਾਲ, ਇਸ ਜਿਹੜਾ ਕਲਯੁਗ ਦੇ ਸਮੇਂ ਦੇ ਵਿੱਚ ਸੱਚ ਦਾ ਤਾਂ ਕਾਲ ਹੀ ਪੈ ਗਿਆ। ਮਹਾਰਾਜ ਕਹਿੰਦੇ ਕਿਤੋਂ ਕਿਤੋਂ ਕਿਸੇ ਕਿਸੇ ਕੋਲੋਂ ਸੱਚ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਇਹ ਕਲਯੁਗ ਦੇ ਸਮੇਂ ਦੇ ਵਿੱਚ ਸੱਚ ਦੱਬਿਆ ਪਿਆ, ਸੱਚੇ ਬੰਦੇ ਦੱਬੇ ਪਏ ਆ। ਕੂੜ ਵਰਤਿਆ, ਝੂਠੇ ਉੱਪਰ ਹੋਏ ਪਏ ਆ, ਸੱਚੇ ਥੱਲੇ ਹੋਏ ਪਏ ਆ। ਸੱਚ ਦੱਬਿਆ ਪਿਆ, ਝੂਠ ਉੱਪਰ ਆਇਆ ਪਿਆ, ਇਹਦਾ ਵਰਤਾਵਾ ਵਰਤ ਰਿਹਾ। ਕਲ ਕਾਲਖ ਬੇਤਾਲ, ਇਹ ਕਲਯੁਗ ਦੇ ਸਮੇਂ ਦੇ ਵਿੱਚ ਮਨੁੱਖਾਂ ਦੇ ਅੰਦਰ ਕਾਲਖ ਲੱਗ ਰਹੀ ਹੈ, ਅਗਿਆਨਤਾ ਦੀ। ਬੇਤਾਲ, ਭੂਤਨੇ ਹੋਏ ਫਿਰਦੇ ਆ ਮਾਇਆ ਦੇ ਵਿੱਚ ਲੋਕ। ਕਲਯੁਗ ਦੇ ਨਚਾਏ ਨੱਚਦੇ ਫਿਰਦੇ ਹਨ ਜੀ। ਬਿਓ ਬੀਜ ਪਤ ਲੈ ਗਏ, ਅਬ ਕਿਉਂ ਯੁਗ ਬਹਿਦਾਲ। ਜਿਹੜੇ ਗੁਰਮੁਖ ਪਿਆਰੇ ਸੀ, ਜਿਹੜੇ ਇੱਕ ਓੰਕਾਰ ਨਾਲ ਜੁੜ ਗਏ, ਜਿਹੜੇ ਸਤਿਗੁਰੂ ਨਾਲ ਜੁੜ ਗਏ, ਜਿਹੜੇ ਇੱਕ ਪਰਮਾਤਮਾ ਨਾਲ ਜੁੜ ਗਏ, ਬਿਓ ਬੀਜ ਪਤ ਲੈ ਗਏ। ਉਹ ਆਪਣੇ ਅੰਦਰ ਨਾਮ ਦਾ ਬੀਜ ਪਾ ਕੇ, ਸੱਚ ਦਾ ਬੀਜ ਪਾ ਕੇ, ਪਤ ਆਪਣੀ ਇੱਜ਼ਤ ਲੈ ਕੇ ਆਪਣੇ ਘਰ ਵਿੱਚ ਗਏ। ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਗਏ, ਉਹ ਪੰਚ ਬਣ ਗਏ। ਕੌਣ? ਜਿਨ੍ਹਾਂ ਨੇ ਆਪਣੇ ਅੰਦਰ ਸੱਚ ਦਾ ਬੀਜ ਬੀਜ ਲਿਆ। ਅਬ ਕਿਉਂ ਉਗਵੈ ਦਾਲ, ਤੇ ਬਾਕੀ ਦੇ ਕਿਉਂ ਰਹਿ ਗਏ ਜੀ? ਕਿਉਂਕਿ ਬੀਜ ਕਦੇ ਵੀ ਗੁਰਮੁਖ ਪਿਆਰਿਓ ਦਲਿਆ ਹੋਇਆ ਹਰਾ ਨਹੀਂ ਹੁੰਦਾ, ਇਹ ਆਪਾਂ ਜਾਣਦੇ ਆ ਸਾਰੇ। ਛੋਲੇ ਆ, ਮੰਨ ਲਓ ਛੋਲੇ ਬੀਜਾਂਗੇ ਤਾਂ ਸਾਬਤ ਛੋਲੇ ਬੀਜਾਂਗੇ ਤਾਂ ਹਰੇ ਹੋਣਗੇ। ਦਲੇ ਹੋਏ ਛੋਲੇ, ਦੁਫਾੜ ਹੋਏ ਛੋਲੇ, ਛੋਲਿਆਂ ਦੇ ਦਾਣੇ
ਹਰੇ ਨਹੀਂ ਹੋ ਸਕਦੀ। ਇਸੇ ਤਰ੍ਹਾਂ ਜੇ ਅੰਦਰ ਸੱਚ ਆ, ਇੱਕ ਓਂਕਾਰ ਨਾਲ ਜੁੜੇ ਆ, ਤਾਂ ਸਾਡੇ ਅੰਦਰ ਸੱਚ ਦਾ ਬੀਜ ਪੈਦਾ ਹੋ ਜਾਵੇਗਾ। ਜੇ ਦੁਚੁੱਤੀ ਦੇ ਵਿੱਚ ਆ, ਜਾਂ ਇੱਕ ਪਰਮਾਤਮਾ ਤੋਂ ਟੁੱਟ ਕੇ ਹੋਰ ਵੀ ਕਿਸੇ ਨੂੰ ਰੱਬ ਮੰਨੀ ਬੈਠੇ ਆ, ਜਾਂ ਸਿੱਖ ਆ ਜਿਹੜੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਕਈ ਰੱਬ ਬਣਾਈ ਬੈਠੇ ਆ, ਇਹ ਜਿਹੜੇ ਆ ਇਹ ਪਤ ਲੈ ਕੇ ਨਹੀਂ ਜਾਂਦੇ। ਰੱਬ ਦੇ ਘਰ ਦੇ ਵਿੱਚ ਪਤ ਨਹੀਂ ਹੁੰਦੀ। ਇਹਨਾਂ ਦੇ ਹਿਰਦੇ ਆ ਜਿਹੜੇ ਮਨ ਆ ਦੁਫਾੜ ਹੋਏ ਪਏ ਆ, ਦਾਲ ਹੋਏ ਪਏ ਆ। ਦਾਲ ਆ ਜਿਹੜੀ ਕਦੇ ਵੀ ਬੀਜੀ ਹੋਈ ਹਰੀ ਨਹੀਂ ਹੁੰਦੀ। ਇੱਕ ਨੰਬਰ 'ਤੇ ਹੈ ਪਰਮਾਤਮਾ ਦਾ ਨਾਮ, ਦੂਜੇ ਨੰਬਰ 'ਤੇ ਆ ਮਾਇਆ। ਗੁਰਮੁਖ ਪਿਆਰਿਓ, ਇੱਕ ਤੋਂ ਧਿਆਨ ਟੁੱਟ ਗਿਆ ਫਿਰ ਕੁਛ ਵੀ ਕਰਨ ਦੀ ਲੋੜ ਨਹੀਂ। ਮਾਇਆ ਦੇ ਵਿੱਚ ਗਲਸੇ ਜਾਣਾ ਜੀਵ ਨੇ। ਇਹ ਮਾਇਆ ਦਾ ਮੂੰਹ ਅੱਡਿਆ ਹੋਇਆ, ਮਾਇਆ ਜਿਹੜੀ ਹੈ ਜੀਵ ਨੂੰ ਗਲਸ ਲੈਂਦੀ ਹੈ ਜੇ ਇੱਕ ਨਾਲੋਂ ਟੁੱਟ ਗਏ ਤਾਂ। ਜੇ ਇੱਕ ਹੋਏ ਤਾਂ ਉਗਵੈ, ਜੇ ਇੱਕ ਹੋਏ ਆ, ਇੱਕ ਮੱਤ ਆ, ਦੋ ਚਿੱਤੀ ਮਨ ਦੇ ਵਿੱਚ ਨਹੀਂ ਹੈ, ਧਰਮੀ ਬਣੇ ਆ ਤਾਂ ਕੇਵਲ ਇੱਕੋ ਹੀ ਇੱਕ ਮਕਸਦ ਆ ਕਿ ਧਰਮ ਕਮਾਉਣਾ, ਧਰਮ ਬਾਰੇ ਗਿਆਨ ਲੈਣਾ, ਨਾਮ ਜਪਣਾ, ਨਾਮ ਜਪਾਉਣਾ, ਨਾਮ ਦੀ ਜਿਹੜੀ ਹੈ ਵਿਖਿਆਨ ਕਰਨਾ, ਇਹ ਸਾਰਾ ਇੱਕ ਵੱਲ ਨੂੰ ਹੀ ਜਾ ਰਿਹਾ ਸਾਰਾ ਕੁਝ। ਜੇ ਇੱਕ ਹੋਏ ਤਾਂ ਉਗਵੈ, ਜੇ ਇੱਕ ਮਨ ਹੋ ਗਿਆ, ਮਨ ਦੁਫਾੜ ਨਾ ਹੋਇਆ ਤਾਂ ਉਗਵੈ, ਉੱਗ ਪੈਂਦਾ ਹੈ ਦਾਣਾ। ਰੁੱਤੀ ਹੂੰ ਰੁੱਤ ਹੋਏ, ਦੋ ਤਰੀਕੇ ਆ ਭਾਈ, ਇੱਕ ਤਾਂ ਬੀਜ ਵਧੀਆ ਹੋਵੇ, ਇੱਕ ਰੁੱਤ ਹੋਵੇ। ਰੁੱਤ ਵੀ ਹੋਵੇ ਉਸ ਬੀਜ ਦੀ, ਫਿਰ ਬੀਜਿਆ ਜਾਂਦਾ। ਮਹਾਰਾਜ ਸਮਝਾ ਰਹੇ ਹਨ ਦੁਫਾੜ ਹੋਇਆ ਜਿਹੜਾ ਮਨ ਆ ਉਹ ਹਰਾ ਨਹੀਂ ਹੁੰਦਾ। ਜਦੋਂ ਇੱਕ ਮਨ ਇੱਕ ਪਰਮਾਤਮਾ ਨਾਲ ਜੁੜ ਜਾਂਦਾ, ਇਹਦੇ ਵਿੱਚੋਂ ਸ਼ੁਭ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਜੀ। ਨਾਨਕ ਪਾਹੈ ਬਾਹਰਾ, ਕੋਰੈ ਰੰਗ ਨ ਸੋਏ। ਪਰ ਇਹ ਪਾ ਚੜਾਉਣ ਵਾਸਤੇ, ਜਿਵੇਂ ਨਾਮ ਦੇ ਰੰਗ ਵਿੱਚ ਰੰਗਿਆ ਜਾਣਾ ਕਿਸੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾ ਕਾ, ਜਾ ਕਾ ਸਤਿਗੁਰ ਪੂਰਾ। ਜਿਹੜੇ ਪੂਰੇ ਸਤਿਗੁਰੂ ਨਾਲ ਜੁੜ ਗਏ ਉਹਨਾਂ ਨੂੰ ਪਾ ਚੜ੍ਹਨੀ ਹੈ ਪਹਿਲਾਂ, ਫਿਰ ਸੱਚ ਦਾ ਰੰਗ ਚੜ੍ਹਨਾ। ਰੰਗ ਸਿੱਧਾ ਨਹੀਂ ਚੜ੍ਹਦਾ, ਪਹਿਲਾਂ ਪਾ ਦੇਣੀ ਪੈਂਦੀ ਹੈ, ਖੁੰਭ ਚੜਾਉਣੀ ਪੈਂਦੀ ਹੈ, ਫਿਰ ਇਹ ਰੰਗ ਜਿਹੜਾ ਚੜ੍ਹਦਾ। ਨਾਨਕ ਪਾਹੈ ਬਾਹਰਾ, ਕੋਰਾ ਰੰਗ ਨਾ ਸੋਏ। ਜੇ ਹੁਣ ਕੋਰਾ ਰੰਗ ਚੜਾਉਣ ਨੂੰ ਫਿਰੇ, ਭਾਵ ਅਰਥ ਕੀ ਬਣ ਗਿਆ? ਜੇ ਸਤਿਗੁਰੂ ਤੋਂ ਬਿਨਾਂ ਰੱਬ ਨੂੰ ਪਾਉਣ ਨੂੰ ਫਿਰੇ ਤਾਂ ਖੜੀ ਗੱਡੀ ਨੂੰ ਰੇਸਾਂ ਦੇਣ ਵਾਲੇ ਕੰਮ ਆ। ਸਤਿਗੁਰੂ ਦੇ ਅਨੁਸਾਰ ਚੱਲ ਕੇ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਭਾਈ। ਭੈ ਵਿੱਚ ਖੁੰਭ ਚੜਾਈ ਹੈ, ਸ਼ਰਮ ਪਾਹੋ ਤਨ ਹੋਏ। ਤੇ ਪਹਿਲਾਂ ਪਾ ਚੜਾਉਣਾ ਸਤਿਗੁਰੂ ਨੇ, ਕਿਹੜਾ? ਭੈ। ਹੁਣ ਬੰਦਾ ਰੱਬ ਦਾ ਭੈ ਨਹੀਂ ਕਰਦਾ। ਜੇ ਰੱਬ ਦਾ ਭੈ ਨਹੀਂ ਕਰਦਾ, ਗੁਰੂ ਗ੍ਰੰਥ ਸਾਹਿਬ ਦਾ ਭੈ ਨਹੀਂ ਕਰਦਾ, ਕੀ ਕੁਝ ਹੋਈ ਜਾਂਦਾ ਅੱਜ ਆਪਾਂ ਦੇਖਦੇ ਹਾਂ। ਪਹਿਲਾਂ ਤਾਂ ਭੈ ਦੀ ਖੁੰਭ ਚੜ੍ਹਨੀ ਹੈ, ਬੰਦੇ ਦੇ ਅੰਦਰ ਭੈ ਪੈਦਾ ਹੋਣਾ, ਫਿਰ ਸ਼ਰਮ ਪਾਹੋ ਤਨ ਹੋਏ, ਫਿਰ ਮਿਹਨਤ ਕਰਨ ਲੱਗਣੀ ਹੈ ਇੱਧਰਲੇ ਪਾਸੇ, ਤੇ ਮਾੜੇ ਕੰਮਾਂ ਪਾਸਿਓਂ ਵੱਲੋਂ ਸ਼ਰਮ ਹੱਜਿਆ ਕਰਨੀ ਸ਼ੁਰੂ ਕਰ ਦੇਣੀ ਹੈ ਮਨੁੱਖ ਨੇ। ਨਾਨਕ ਭਗਤੀ ਜੇ ਰਪੈ, ਕੂੜੈ ਸੋਏ ਨਾ ਕੋਏ। ਜਿਵੇਂ ਜਿਵੇਂ ਮਨੁੱਖ ਗੁਰੂ ਦੇ ਨਾਲ ਜੁੜਦਾ ਗਿਆ, ਸਤਿਗੁਰੂ ਦੇ ਨਾਲ ਜੁੜਦਾ ਗਿਆ, ਗੁਰਬਾਣੀ ਦੇ ਨਾਲ ਜੁੜਦਾ ਗਿਆ, ਪਰਮਾਤਮਾ ਦਾ ਭੈ ਅੰਦਰ ਪੈਣਾ ਸ਼ੁਰੂ ਹੋ ਜਾਣਾ, ਤੇ ਮਨੁੱਖ ਨੂੰ ਪਤਾ ਲੱਗ ਜਾਣਾ ਵੀ ਮੈਂ ਕਿਸ ਕੰਮ ਆਇਆ। ਮਨੁੱਖ ਨੇ ਪਰਮਾਤਮਾ ਵਾਲੇ ਪਾਸੇ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਹੈ। ਮਿਹਨਤ ਮੇਰੀ ਤੇ ਰਹਿਮਤ ਵੀ ਫਿਰ ਤੇਰੀ ਹੋ ਹੀ ਜਾਣੀ ਹੈ। ਨਾਨਕ ਭਗਤੀ ਜੇ ਰਪੈ, ਜੇ ਭਗਤੀ ਦੇ ਵਿੱਚ ਕੋਈ ਰੰਗਿਆ ਜਾਵੇ। ਭਗਤ ਕਿਹਨੂੰ ਕਹਿੰਦੇ ਆ? ਵੀ ਇਹ ਭਗਤ ਆ, ਇਹ ਰੰਗਿਆ ਗਿਆ, ਇਹ ਨਾਮੀ ਹੋ ਗਿਆ, ਇਹ ਧਰਮੀ ਹੋ ਗਿਆ। ਕਿਹਨੂੰ ਕਹਿੰਦੇ ਆਪਾਂ? ਕੂੜੈ ਸੋਏ ਨਾ ਕੋਏ, ਜਿਹਦੇ ਅੰਦਰ ਝੂਠ 1% ਵੀ ਨਹੀਂ ਰਹਿ ਜਾਂਦਾ, ਜਿਹੜਾ ਸੱਚ ਦੀ ਮੂਰਤ ਬਣ ਜਾਂਦਾ, ਹਮੇਸ਼ਾ ਸੱਚ ਹੀ ਸੱਚ ਬੋਲਦਾ, ਉਹਨੂੰ ਭਗਤ ਕਹਿੰਦੇ ਆਪਾਂ। ਕਿਸੇ ਦੇ ਲੱਗੇ ਗਿੱਟੇ, ਕਿਸੇ ਦੇ ਲੱਗੇ ਗੋਡੇ। ਦੁਨੀਆ ਤੋਂ ਨਹੀਂ ਭਗਤ ਡਰਦੇ, ਤਾਂ ਹੀ ਦੁਨੀਆ ਦੇ ਨਾਲ ਬਣਦੀ ਨਹੀਂ। ਬਸ ਭਗਤੀ ਦਾ ਜਿਹੜਾ ਹੈ ਜਿਹੜੀ ਅਵਸਥਾ ਉਹ ਇਹ ਹੈ ਕਿ ਸੱਚ ਅੰਦਰ ਆ ਜਾਣਾ, ਤੇ ਕੂੜੈ ਸੋਏ ਨਾ ਕੋਏ, ਕੂੜ ਦੀ ਮੈਲ ਅੰਦਰੋਂ ਨਿਕਲ ਜਾਣੀ। ਬਸ ਇਹੀ ਨਾਮ ਹੈ ਜੀ। ਮਹੱਲਾ ਪਹਿਲਾ। ਅਗਲੇ ਸ਼ਲੋਕ ਦੀ ਬਖਸ਼ਿਸ਼ ਕਰ ਰਹੇ ਹਨ ਗੁਰੂ ਪਿਤਾ ਜੀ। ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਸਾਡੇ ਅੰਦਰ ਦਾ ਨਕਸ਼ਾ ਖਿੱਚ ਰਹੇ ਹਨ।
ਅੰਦਰੋਂ ਸਮਝਾ ਰਹੇ ਹਨ ਮਨੁੱਖ ਦਾ ਸੱਚ ਤੋਂ ਬਿਨਾਂ, ਸੱਚੇ ਨਾਮ ਤੋਂ ਬਿਨਾਂ ਅੰਦਰਲਾ ਵਰਤਾਵਾ ਕਿਹੋ ਜਿਹਾ ਹੋ ਜਾਂਦਾ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਲੱਭ ਰਾਜਾ ਬਣਿਆ ਹੋਇਆ ਲੋਭ ਇਕੱਠਾ ਕਰਨ ਦਾ, ਲੋਭੀ ਜਿਹੜਾ ਲੋਭ ਪੈਦਾ ਹੋ ਗਿਆ ਵੀ ਇੱਥੋਂ ਵੀ ਕਮਾ ਲਾਂ, ਇੱਥੋਂ ਵੀ ਕਮਾ ਲਾਂ, ਇੱਥੋਂ ਵੀ ਕਮਾ ਲਾਂ, ਇਹ ਤਾਂ ਰਾਜਾ। ਪਾਪ, ਇਹ ਲੋਭ ਦੇ ਵਾਸਤੇ ਫਿਰ ਪਾਪ ਕਰਦਾ ਮਨੁੱਖ, ਇਹ ਵਜ਼ੀਰ ਬਣਿਆ ਹੋਇਆ। ਲੱਭ ਪਾਪ ਦੋਏ ਰਾਜਾ ਤੇ ਮਹਿਤਾ, ਭਾਵ ਰਾਜਾ ਤੇ ਵਜ਼ੀਰ ਬਣੇ ਬੈਠੇ ਆ। ਲਾਲਚਾ ਮੁਖੀ ਬਣਿਆ ਬੈਠਾ ਮਨੁੱਖ ਦੇ ਅੰਦਰ, ਤੇ ਉਹ ਲਾਲਚ ਦੇ ਕਾਰਨ ਮਨੁੱਖ ਪਾਪ ਕਰਦਾ। ਤੇ ਤੀਜਾ ਇਹਨਾਂ ਨੂੰ ਹਵਾ ਦੇਣ ਵਾਲਾ ਦੋਨਾਂ ਨੂੰ ਕੌਣ ਆ? ਲੱਭ ਤੇ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਤੀਜਾ ਕੂੜ, ਝੂਠ ਬੈਠਾ, ਉਹ ਸਿਕਦਾਰ ਚੌਧਰੀ ਬਣਿਆ ਬੈਠਾ। ਤਿੰਨਾਂ ਦਾ ਜੁੱਟ ਬਣ ਗਿਆ। ਲੱਭ ਰਾਜਾ ਬਣਿਆ ਬੈਠਾ, ਤੇ ਪਾਪ ਆ ਜਿਹੜਾ ਮਹਿਤੋ ਬਣਿਆ ਬੈਠਾ, ਭਾਵ ਵਜ਼ੀਰ ਬਣਿਆ ਬੈਠਾ, ਤੇ ਕੂੜ ਆ ਜਿਹੜਾ ਝੂਠ ਆ ਉਹ ਸਰਦਾਰ ਬਣਿਆ ਬੈਠਾ। ਤਿੰਨ ਹੋ ਗਏ ਨਾ। ਫਿਰ ਚੌਥਾ ਆ ਰਿਹਾ ਕਾਮ ਨੇਬ ਸਦ ਪੁੱਛੀਐ। ਫਿਰ ਜੇ ਤਿੰਨਾਂ ਤੋਂ ਕੋਈ ਗੱਲ ਨਹੀਂ ਬਣਦੀ, ਫਿਰ ਕਾਮ ਦੇਵਤੇ ਨੂੰ ਸਾਧਦੇ ਆ, ਇਹਨੂੰ ਸਾਧਿਆ ਚੌਥਾ ਕਾਮ। ਪਹਿਲਾ ਲੱਭ, ਦੂਜਾ ਪਾਪ, ਤੀਜਾ ਕੂੜ, ਤੇ ਚੌਥਾ ਕਾਮ। ਨੇਬ ਸੱਦ ਪੁੱਛੀਐ, ਇਹਨੂੰ ਸੱਦ ਕੇ ਪੁੱਛਦੇ ਆ, ਰਹਿ ਲੈਂਦੇ ਆ, ਬਹਿ ਬਹਿ ਕਰੇ ਵਿਚਾਰ। ਫਿਰ ਚਾਰਾਂ ਦੀ ਜੁੰਡਲੀ ਬਹਿੰਦੀ ਆ, ਕਦੇ ਖੜੇ ਹੁੰਦੇ ਆ, ਕਦੇ ਬਹਿੰਦੇ ਆ। ਜਿਵੇਂ ਚਾਰ ਜਾਣੇ ਕੋਈ ਰਾਏ ਮਸ਼ਵਰਾ ਕਰਦੇ ਹੁਣ, ਚਾਰ ਚੋਰ ਚੋਰੀ ਕਰਨ ਵਾਸਤੇ ਕੋਈ ਰਾਏ ਕਰਦੇ ਹੁਣ, ਦੰਦਾਂ 'ਚ ਡੱਕੇ ਮਾਰ ਮਾਰ। ਉੱਥੇ ਬੈਠਾ ਕੋਈ ਗੱਲ ਕਰਦਾ ਇੰਨੇ ਵਜੇ ਚੱਲਾਂਗੇ, ਕੋਈ ਕਹਿੰਦਾ ਲੋਕਾਂ ਨੂੰ ਸੌਂ ਲੈਣ ਦੀਏ, ਕੋਈ ਕਹਿੰਦਾ ਹਨੇਰਾ ਹੋ ਲੈਣ ਦੀਏ। ਇਸ ਤਰ੍ਹਾਂ ਸਾਰੇ ਰਾਏ ਕਰਦੇ ਆ ਮਨੁੱਖ ਦੀ ਆਤਮਾ ਦੇ ਸ਼ੁਭ ਗੁਣਾਂ ਨੂੰ ਲੁੱਟਣ ਦੇ ਵਾਸਤੇ। ਇਹ ਵਿਚਾਰਾਂ ਹੋ ਰਹੀਆਂ, ਚਾਰੇ ਬੈਠੇ ਵਿਚਾਰਾਂ ਕਰ ਰਹੇ ਹਨ। ਅੰਧੀ ਰਈਅਤ ਗਿਆਨ ਬਹੂਣੀ, ਪਾਹੇ ਪਰੇ ਮੁਰਦਾਰ। ਅੰਧੀ ਰਈਅਤ, ਇਹ ਲੋਕਾਈ, ਇਹ ਦੁਨੀਆ ਅੰਨੀ ਆ, ਅੰਨੇ ਆ ਅਸੀਂ, ਗਿਆਨ ਬਹੂਣੇ, ਗਿਆਨ ਤੋਂ ਬਿਨਾਂ। ਜਿਵੇਂ ਅੱਗੇ ਪੜ੍ਹੇ ਨਹੀਂ ਨਾ ਹੁੰਦੇ ਸੀ, ਬਜ਼ੁਰਗ ਮੰਨ ਜਾਂਦੇ ਸੀ ਯਾਰ ਅਸੀਂ ਤਾਂ ਪੜ੍ਹਾਈ ਤੋਂ ਬਿਨਾਂ ਅੰਨੇ ਆ ਪੁੱਤ, ਆਹ ਬੱਸ ਦੱਸੀ ਕਿੱਧਰ ਨੂੰ ਜਾਣੀ ਹੈ, ਲਿਖਿਆ ਹੋਇਆ ਸਾਹਮਣੇ ਉਹ ਵੀ ਨਹੀਂ ਪਤਾ। ਹੁਣ ਅਸੀਂ ਅੰਨੇ ਕਿਵੇਂ ਆ? ਸਾਡੇ ਸਾਹਮਣੇ ਸਾਰਾ ਗਿਆਨ ਧਿਆਨ ਪਿਆ, ਅਸੀਂ ਪੜ੍ਹਦੇ ਹੀ ਨਹੀਂ, ਅਸੀਂ ਸੁਣਦੇ ਹੀ ਨਹੀਂ, ਅਸੀਂ ਸਮਝਦੇ ਹੀ ਨਹੀਂ। ਇਸ ਕਰਕੇ ਅਸੀਂ ਵੀ ਅੰਨੇ ਆ, ਗਿਆਨ ਤੋਂ ਬਹੂਣੇ ਰਹਿ ਗਏ। ਅੰਧੀ ਰਈਅਤ ਗਿਆਨ ਬਹੂਣੀ, ਭਾਹੇ ਭਰੇ ਮੁਰਦਾਰ। ਆਪਣੇ ਆਪ ਨੂੰ ਮੁਰਦਾ ਖਿਆਲਾਂ ਦੇ ਨਾਲ ਭਰ ਕੇ ਰੱਖ ਲਿਆ, ਮੁਰਦਾਰ ਬਣ ਕੇ ਰਹਿ ਗਿਆ। ਸਾਵੇਂ ਤਾਂ ਜਿਉਂਦਾ ਰਹਿਣਾ ਸੀ, ਚੜ੍ਹਦੀ ਕਲਾ ਵਾਲਾ ਗੁਰਮੁਖ ਬਣਨਾ ਸੀ, ਸਾਵੇਂ ਮੁਰਦਿਆਂ ਵਰਗਾ ਬਣ ਕੇ ਬਹਿ ਗਿਆ। ਕਿਉਂ? ਕਿਉਂਕਿ ਗਿਆਨ ਤਾਂ ਲਿਆ ਹੀ ਨਹੀਂ। ਗਿਆਨੀ ਨੱਚਹਿ ਬਾਜੇ ਬਾਵਹਿ, ਰੂਪ ਕਰਹਿ ਸ਼ਿੰਗਾਰ। ਤੇ ਜਿਹੜੇ ਆਪਣੇ ਆਪ ਨੂੰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਗਿਆਨੀ ਕਹਾਉਂਦੇ ਆ, ਉਹ ਵੀ ਗਿਆਨੀ ਨਹੀਂ ਹੈ, ਉਹ ਵੀ ਨੱਚਦੇ ਆ। ਇੱਕ ਤਾਂ ਗਿਆਨਵਾਨ ਨੇ ਨੱਚਣਾ ਨਾਮ ਤੇ ਸੱਚ ਤੇ ਇੱਕ ਆ ਜਿਹੜਾ ਨਕਲੀ ਗਿਆਨੀ ਨੇ ਨੱਚਣਾ ਮਾਇਆ ਤੇ। ਇੰਨਾ ਫਰਕ ਆ। ਗਿਆਨੀ ਅੱਜ ਕੱਲ੍ਹ ਦੇ ਕੀ ਕਰਦੇ ਆ? ਗਿਆਨੀ ਨੱਚਹਿ ਬਾਜੇ ਬਾਵਹਿ, ਨੱਚ ਨੱਚ ਕੇ ਭਗਤੀਆਂ ਕਰ ਰਹੇ ਆ, ਜਾਂ ਕਹਿ ਲਈਏ ਮਾਇਆ ਦੇ ਨਚਾਏ ਹੋਏ ਨੱਚੀ ਜਾਂਦੇ ਆ। ਇੱਥੋਂ ਪੈਸੇ ਮਿਲ ਗਏ ਉਹਦੀ ਗੱਲ ਕਰਤੀ, ਇੱਥੋਂ ਪੈਸੇ ਮਿਲ ਗਏ ਉਹਦੀ ਗੱਲ ਕਰਤੀ, ਇੱਥੋਂ ਪੈਸੇ ਮਿਲ ਗਏ ਉਹਦੀ ਗੱਲ ਕਰਤੀ। ਗੁਰਬਾਣੀ ਕੀ ਕਹਿ ਰਹੀ ਹੈ? ਬਸ ਉਹ ਗੱਲ ਨਹੀਂ ਕਰਨੀ, ਗੱਲ ਨੂੰ ਬਦਲ ਦੇਣਾ, ਗੱਲ ਨੂੰ ਲੁਕਾ ਦੇਣਾ। ਇਹ ਕੁਝ ਹੋ ਰਿਹਾ। ਨੱਚ ਕਾਹਦੇ ਤੇ ਹੋ ਰਿਹਾ? ਮਾਇਆ ਤੇ। ਸਭ ਗਿਆਨਵਾਨਾਂ ਨੂੰ, ਜਿਹੜੇ ਮਾੜਾ ਮੋਟਾ ਗੁਰਬਾਣੀ ਨੂੰ ਪੜ੍ਹਦੇ ਸੁਣਦੇ ਸਮਝਦੇ, ਉਹਨਾਂ ਨੂੰ ਪਤਾ ਵੀ ਅਸੀਂ ਝੂਠ ਬੋਲ ਰਹੇ ਹਾਂ। ਪਰ ਜਿਹੜਾ 10-15 ਹਜ਼ਾਰ ਮਹੀਨੇ ਦਾ ਮੁਫਤ 'ਚ ਡਿੱਗਦਾ, ਰੋਟੀ ਪਾਣੀ ਮੁਫਤ ਫਰੀ, ਉਹ ਆ ਜਿਹੜਾ ਉਹ ਝੂਠ ਬੁਲਾਈ ਜਾਂਦਾ ਤੇ ਸਮਝਦੇ ਆਪਦੇ ਆਪ ਨੂੰ ਗਿਆਨੀ ਹੈ। ਗਿਆਨੀ ਨੱਚੇ ਬਾਜੇ ਬਾਵਹਿ, ਰੂਪ ਕਰਹਿ ਸ਼ਿੰਗਾਰ। ਫਿਰ ਰੂਪ ਸ਼ਿੰਗਾਰ, ਵੱਡੇ ਵੱਡੇ ਕੱਪੜੇ ਪਾਉਂਦੇ ਆ ਧਾਰਮਿਕ, ਅੰਦਰੋਂ ਗਿਆਨੀ ਨਹੀਂ, ਨੱਚਦੇ ਮਾਇਆ ਤੇ ਆ। ਰੂਪ ਫਿਰ ਪੂਰਾ ਬਣਾਉਂਦੇ ਆ, ਮੇਰੇ ਵਾਂਗੂ ਐ ਗੋਲ ਗਾਲ ਬੰਨ੍ਹ ਕੇ, ਉੱਤੋਂ ਦੀ ਗਾਤਰੇ ਪਾ ਕੇ, ਸਾਰਾ ਐਨ ਰੂਪ ਰਾਪ ਪੂਰਾ ਧਰਮੀਆਂ ਵਾਲਾ ਬਣਾ ਲੈਂਦੇ ਆ। ਮਹਾਰਾਜ ਕਹਿੰਦੇ ਪਰ ਨੱਚਦੇ ਮਾਇਆ ਤੇ ਹੀ ਹੈ। ਉੱਚੇ ਕੂਕਾਂ ਹੈ, ਉੱਚੇ ਉੱਚੇ ਕੂਕਾਂ ਮਾਰਦੇ ਆ, ਫਿਰ ਭੰਗੂਰੇ ਮਾਰ ਮਾਰ ਕੇ ਸਪੀਕਰ ਸੈੱਟ ਕਰੋ ਬਈ। ਕਿਉਂ? ਕੀ ਸੁਣਾਉਣਾ? ਝੂਠ ਸੁਣਾਉਣਾ ਜੀ।
सच तो सुनाउणा ही नहीं। सच तो जिहड़ा डंग वजदा जदों सच्ची गुरबाणी सुणाओ, सारिਆਂ ਨੂੰ बह के विचार करो, बह के जे किसी के दिमाग 'ਚ किन्नी आउंदी है, किसी की किन्नी, जे कोई आपां तो अगे आ भाई तू आ, तू सानू सुणा, नहीं ये नहीं हो रहा। नकली ज्ञानी बने होया, नकली सब कुछ हो रहा। उच्चे उच्चे कूकां मारदे आ, बादां गावैं ते गाउंदे आ उच्ची उच्ची, जो दाह का विचार। गाउंदे किहदे आ? फलाना जोधा होया जी, बड़ा परोपकारी होया जी, ये गाउंदे आ। आम तौर पर ज्ञानियां दा की है, जो पिछे हो चुक्या उही सुनाई जाते आ। फलाने टाइम फलाने ने ऐं कीता। सिखां दीयां कुरबानियां बहुत ज़्यादा आ, सारिਆਂ ਦੀਆਂ कुरबानियां पुराणिਆਂ ਦੀਆਂ बहुत आ, ਮੰਨਦੇ आ, ਮੰਨਣ वाली गल आ। पर असीं अज की कर रहे हाँ, ये गल आ। जे कोई कहे मेरा बाप फौज च भर्ती होण च लै गया मुंडा, कहंदा तेरी छाती किन्नी आ बई? अफसर कहंदा जी मेरे बापू दी ते मेरे दादे दी छाती इन्नी सी। कहंदा तेरा काका कद किन्ना? कहंदा जी मेरे बापू दा कद भी इन्ना सी ते मेरे दादे दा कद भी इन्ना सी। वो कहंदा तैनूं पुछया? मैं बापू ते दादे दा नहीं पुछया, मैं तैनूं पुछया तेरा कद है कि नहीं है। इसे तरह जिहड़े ज्ञानी आ, ज्ञानी लोग आ, योधियां दीयां विचारां कर कर रुपईया कमाई जांदे आ, पर आप की है? आप वो बने उस रास्ते ते चले कि नहीं चले, ये कोई सवाल ना पुछ सकदा ते ना किसी ने पुछया ते ना पुछण दा समय ही है भाई। आ कुछ हो रहा, ये नकली ज्ञानियां दा सारा दारोमदार चल रहा है। मूर्ख पंडित हिकमत हुज्जत संजह करह प्यार। जिहड़े मूर्ख लोग आ उन्हां नूं पंडितां दा दर्जा दिता होया। क्यों? माया जिहड़ी आ वो इकट्ठे होके कमाउणी पैणी है। जे कोई सच्चा मूहरे आ गया फिर माया नहीं कमा होनी, फिर नाम कमा होऊगा, माया की दुरवरतों बंद हो जाऊगी। इस करके अपना ही बंदा कोई ना कोई पंडित बना के, हुंदा मूर्ख आ महाराज कहंदे, पंडित बना के बहा दिंदे आ वो जुंडली, वो फिर माया दे विच ही सारा कुछ चली जांदा। मूर्ख पंडित, अजकल दे पंडित भी मूर्ख आ। हिकमत हुज्जत, चुस्त चलाकियां बारे बहुत जाणदे आ। महाराज कहंदे सच्चे नाम वाला जिहड़ा वो भोला हुंदा, ते ये लोग हुंदे आ जिहड़े माया कमाउण वाले, ये चुस्त चलाक बहुत हुंदे आ। हिकमत हुज्जत बहुत करदे आ, संजह इकट्ठी करदे आ, करह प्यार। इन्हां दा प्यार गुरबाणी दे नाल नहीं है, इन्हां दा प्यार गुरु ग्रंथ साहब जी दे नाल नहीं है, इन्हां दा प्यार लोकां दे भले दे नाल नहीं है, इन्हां दा प्यार की है? माया दे नाल। माया की खातर घर बार भी छड्ड दिंदे आ, जिहड़ा इधर उधर तुरे भी फिरदे आ, सारा कुछ करदे फिरदे आ। महाराज समझा रहे हैं सारा कुछ ये माया का व्यापार हो रहा भाई। माया इकट्ठी करने वास्ते ही ये नकली पंडित बने हुए आ। धर्मी धर्म करह गवावह मंगह मोख द्वार। महाराज समझा रहे हैं धर्मी धर्म करह गवावह। धर्मी धर्म आपदे जाने करते तो है धर्मी लोग, पर उन्नी ही माया लै लेंदे आ। जिन्नी क गल करते आ उन्ना की माया लै लेंदे आ, गवावह गवा लेंदे आ। धर्म कमाउंदे जिवें होर लोग होर काम करदे, इस तरह धर्मी भी माया की खातर ही धर्म दीयां गल्लां करदे आ जां सुणाउंदे आ। धर्मी धर्म करह गवावह, पर गवा लैंदे आ मंगै मोख द्वार। महाराज कहंदे देखो इन्हां दी हालत देखो, मंगदे आ मुक्ति, भालदे आ मुक्ति, माया कमाई जांदे आ। जां तां माया ना कमाओ तो मुक्ति मिलेगी। गुरबाणी तो, गुरबाणी दा फ्री दसां गुरुआं ने जां पुरातन सिखां ने की कमाया? कोलों लाया, निष्काम सेवा कीती, फिर तां जाओगे तुसीं मुक्ति वल नूं। नहीं ज़्यादातर महाराज समझा रहे हैं 90-95% तक माया कमाउण दे पिछे ही लोग धर्मी बनते हैं ते फिर लुट्टे जाते हैं ते जिहड़ा है नरक दे विच पाए जाते हैं, मुक्ति प्राप्त हुंदी नहीं। देखो किड्डी हासे वाली गल आ, नाले माया भालदे आ नाले मुक्ति भालदे आ। मंगह मोख द्वार, कमाउंदे माया, माया की खातर ही धर्मी बने हुए आ, मंगदे आ मुक्ति का द्वार। महाराज कहंदे आ देख लो गल, जति सदावह जुगत न जाणह। कहंदे जी असीं जत सत वाले आ, असीं जती लोग हाँ, सदाउंदे आपदे आप नूं कपड़े कुपड़े पा के असीं धर्मी हाँ, धर्मी कहाउंदे आपदे आप नूं, जुगत ना जाना है। पर धर्म दी, जती होण दी, रब दे नाल मिलाप दी, सच्चे होण दी, गुणां दा धारण करन वास्ते, परोपकार अंदर पैदा करन वास्ते ये जुगतियां नूं जाणदे ही नहीं। छड्ड बहें कर बार, ये माया दी खातर छड्ड बैंदे आ घर बार।
ਪੂੰਰ ਤਾਪ ਗੇਰੀ ਕੇ ਬਸਤਰਾ ਅਬਦਾ ਕਾ ਮਾਰਿਆ, ਗ੍ਰਹਿ ਤੇ ਨਾਸਤਾ ਦੇਸ਼ ਛੋੜ ਪ੍ਰਦੇਸੈ ਧਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਇਹ ਧਰਮ ਕਮਾਉਣਾ ਸੀ। ਧਰਮ ਕਾਹਦੇ ਵਾਸਤੇ ਕਮਾਉਣਾ ਸੀ? ਇਹ ਪੰਜਾਂ ਨੂੰ ਮਾਰਨਾ ਸੀ। ਮਹਾਰਾਜ ਸਮਝਾ ਰਹੇ ਹਨ, ਇਹ ਪੰਜੇ ਨਾਲ ਲਈ ਫਿਰਦਾ। ਪੂੰ ਔਰ ਤਾਪ, ਠੰਡ ਦੇ ਵਿੱਚ ਪੂੰ ਔਰ ਤਾਪ ਗਰਮੀ, ਠੰਡ ਗਰਮੀ ਦੇ ਵਿੱਚ ਧੂਣੇ ਧਾਣੇ ਜੇ ਤਾਪਦਾ ਫਿਰਦਾ, ਇੱਧਰ ਉੱਧਰ ਜੇ ਕਰਦਾ ਫਿਰਦਾ, ਘਰ-ਬਾਰ ਵੀ ਛੱਡਿਆ ਆ, ਸਾਰਾ ਕੁਝ ਕਰਿਆ ਆ। ਕਾਹਦੇ ਵਾਸਤੇ? ਪੈਸੇ ਕਮਾਉਣ ਵਾਸਤੇ। ਨਲੇ ਕੀ ਕਹਿੰਦਾ? ਨਲੇ ਕਹਿੰਦਾ ਮੈਂ ਧਰਮੀ ਹੈ। ਧਰਮੀ ਧਰਮ ਕਰਹਿ ਗਵਾਵੈ, ਮੰਗੈ ਮੋਖ ਦੁਆਰ, ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਬਹਿ ਘਰ-ਬਾਰ। ਪਰਮਾਤਮਾ ਨੂੰ ਮਿਲਣ ਵਾਸਤੇ ਟਿਕਣਾ ਪਊਗਾ। ਅਸੀਂ ਤਾਂ ਪੜ੍ਹਦੇ ਹਾਂ, ਸਾਨੂੰ ਗੁਰਬਾਣੀ ਦੇ ਵਿੱਚ ਤਾਂ ਇਹ ਸਮਝਾਇਆ ਗਿਆ ਕਿ ਥਿਰ ਘਰ ਬੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਵੀ ਟਿਕ ਕੇ ਬੈਠੋ ਭਾਈ ਘਰੇ, ਹਿਰਦੇ ਘਰ ਵਿੱਚ ਵੀ ਬੈਠੋ, ਆਪਦੇ ਘਰ ਵਿੱਚ ਵੀ ਬੈਠੋ। ਪਰ ਧਰਮੀ ਅੱਜ ਕੱਲ੍ਹ ਆਪਦਾ ਏਰੀਆ ਵੀ ਛੱਡ ਦਿੰਦੇ ਆ, ਆਪਦਾ ਨਗਰ ਵੀ ਛੱਡ ਦਿੰਦੇ ਆ, ਆਪਦਾ ਘਰ ਵੀ ਛੱਡ ਦਿੰਦੇ ਆ, ਦੂਜੇ ਥਾਂ 'ਤੇ ਜਾ ਕੇ ਧਰਮੀ ਬਣਦੇ ਆ। ਜਤੀ ਸਦਾਵੈ, ਮਹਾਰਾਜ ਕਹਿੰਦੇ ਆ ਦੇਖੋ ਹਾਲ ਇਹਨਾਂ ਦਾ, ਜਤੀ ਸਦਾਵੈ ਜੁਗਤ ਨਾ ਜਾਣੈ। ਜੁਗਤ ਤਾਂ ਜਾਣਦੇ ਹੀ ਨਹੀਂ, ਛੱਡ ਬਹਿ ਘਰ-ਬਾਰ। ਘਰ-ਬਾਰ ਛੱਡ ਕੇ ਬਹਿ ਜਾਂਦੇ ਆ। ਅਸੀਂ ਜਿਹੜੇ ਲੋਕ ਪੈਸੇ ਦੀ ਖਾਤਰ ਘਰ-ਬਾਰ ਛੱਡ ਕੇ ਬਹਿ ਜਾਂਦੇ ਆ, ਅਸੀਂ ਉਹਨਾਂ ਨੂੰ ਮੁਖੀ ਬਣਾ ਦਿੰਦੇ ਆ, ਅਸੀਂ ਉਹਨਾਂ ਨੂੰ ਵੱਡੀਆਂ ਵੱਡੀਆਂ ਪਦਵੀਆਂ ਦੇ ਦਿੰਦੇ ਆ। ਸੱਚ ਦੇ ਤਾਂ ਨੇੜੇ ਵੀ ਨਹੀਂ ਗਏ, ਗੁਰਬਾਣੀ ਦੇ ਨਾਲ ਤਾਂ ਅਸੀਂ ਜੁੜੇ ਹੀ ਨਹੀਂ। ਹਰ ਰੋਜ਼ ਇਸ ਵਾਰ ਦਾ ਕੀਰਤਨ ਹੁੰਦਾ ਗੁਰੂ ਘਰਾਂ ਦੇ ਵਿੱਚੋਂ। ਕਿਤੇ ਆਹ ਵਿਚਾਰ ਕੀਤੀ ਹੋਵੇ, ਆਹ ਵਿਚਾਰ ਸੁਣੀ ਹੋਵੇ ਤੇ ਇਹ ਵਿਚਾਰ ਸੁਣਾਈ ਹੋਵੇ, ਪਰ ਸੁਣਾਵੇ ਕੌਣ? ਜਿਨ੍ਹਾਂ 'ਤੇ ਮੈਂ ਪਹਿਲਾਂ ਹੀ ਕਹਿੰਦਾ ਹੁੰਦਾ, ਗੁਰਬਾਣੀ ਉਹਨਾਂ 'ਤੇ ਹੀ ਲੱਗਦੀ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਆ ਗਈ, ਉਹਨਾਂ ਨੇ ਢੱਕ ਦਿੱਤੀ। ਹੁਣ ਆਹ ਛੱਡੇ ਘਰ-ਬਾਰ ਤਾਂ ਸਾਰੇ ਹੀ ਛੱਡੀ ਬੈਠੇ ਆ। ਕੋਈ ਹੈ ਆਪਦੇ ਘਰ ਦੇ ਵਿੱਚ ਕੋਈ ਹੱਕ ਦੇ ਵਿੱਚ ਬੈਠਾ? ਕੋਈ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਉਹਨੂੰ ਸੂਰ ਖਾਣ ਦੇ ਬਰਾਬਰ ਆ, ਉਹਨੂੰ ਗਾਂ ਖਾਣ ਦੇ ਬਰਾਬਰ ਆ ਪਰਾਇਆ ਹੱਕ। ਕੀ ਅਸੀਂ ਘਰ-ਬਾਰ ਛੱਡ ਕੇ ਬਗਾਨੇ ਥਾਵਾਂ 'ਤੇ ਬੈਠੇ ਨਹੀਂ ਦਬਸ ਮਾਰੀ? ਕਿੱਥੇ ਗਿਆ ਸਾਡਾ ਧਰਮ? ਮਹਾਰਾਜ ਸਮਝਾ ਰਹੇ ਹਨ, ਇਸੇ ਕਰਕੇ ਸਾਤੋਂ ਇਹ ਗੁਰਬਾਣੀ ਦੀ ਵਿਚਾਰ ਲਕੋਈ ਜਾ ਰਹੀ ਹੈ। ਗੁਰਮੁਖ ਪਿਆਰਿਓ, ਆਪ ਗੁਰਬਾਣੀ ਨੂੰ ਪੜ੍ਹੋ, ਛੋਟੇ ਛੋਟੇ ਟੋਲੇ ਬਣਾ ਕੇ ਸਮਝਣਾ ਸ਼ੁਰੂ ਕਰੋ, ਤਾਂ ਗੁਜ਼ਾਰਾ ਹੋਣਾ। ਨਹੀਂ ਜੇ ਆਪਾਂ ਕਹੀਏ ਵੀ ਇਹ ਘਰ-ਬਾਰ ਛੱਡੇ ਵਾਲਿਆਂ ਤੋਂ ਸਾਨੂੰ ਆਹ ਗੁਰਬਾਣੀ ਦੀ ਵਿਚਾਰ ਮਿਲ ਜੂਗੀ, ਇਹ ਗੁਰਬਾਣੀ ਸਮਝਾ ਦੇਣਗੇ ਅਰਥਾਂ ਸਮੇਤ, ਮੈਂ ਨਹੀਂ ਮੰਨਦਾ, ਨਹੀਂ ਹੋ ਸਕਦਾ। ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੈ। ਸਾਰੇ ਕਹਿੰਦੇ ਆ ਮੈਂ ਪੂਰਾ, ਮੈਂ ਪੂਰਾ, ਮੈਂ ਪੂਰਾ, ਮੈਂ ਪੂਰਾ, ਘੱਟ ਨਾ ਕੋਈ ਆਖੈ। ਘੱਟ ਤਾਂ ਬਾਈ ਕੋਈ ਕਹਿੰਦਾ ਹੀ ਨਹੀਂ। ਕੋਈ ਘੱਟ ਹੈ ਜਿਹਨੇ ਮਾੜ ਜਾਂ ਚਿੱਟੇ ਕੱਪੜੇ ਪਾਉਣੇ ਆ ਗਏ ਨਾ, ਜਾਂ ਅੰਮ੍ਰਿਤ ਛਕ ਲਿਆ ਕਹਿ ਲਓ, ਜਾਂ ਕਕਾਰ ਪਾ ਲੇ ਕਹਿ ਲਓ, ਬਸ ਉਹ ਤਾਂ ਕਹਿੰਦਾ ਮੈਂ ਹੀ ਹਾਂ। ਜਾਂ ਕੋਈ ਚੋਲਾ ਪਾ ਲਿਆ, ਜਾਂ ਕਿਤੇ ਜਗ੍ਹਾ 'ਤੇ ਕਿਤੇ ਦਾ ਲੱਗ ਗਿਆ, ਬਸ ਕਹਿੰਦਾ ਮੈਂ ਹੀ ਹਾਂ। ਹੁਣ ਨਹੀਂ ਘੱਟ ਨਾ ਕੋਈ ਆਖੈ। ਪਰ ਅਖੀਰ ਦੇ ਵਿੱਚ ਹੋਵੇਗਾ ਕਿ ਜਿਹੜੇ ਇਹਨਾਂ ਦੇ ਲੋਕ ਪਿੱਛੇ ਲੱਗਣਗੇ ਉਹ ਡੁੱਬਣਗੇ, ਉਹ ਤਰ ਨਹੀਂ ਸਕਦੇ। ਅਖੀਰ ਦੇ ਵਿੱਚ ਪੰਚ ਪ੍ਰਧਾਨ ਵਰਗੀ ਅਵਸਥਾ ਨਹੀਂ ਬਣ ਸਕਦੀ ਇਹਨਾਂ ਨਗਲੀਆਂ ਮਗਰ ਲੱਗ ਕੇ। ਪਤ ਪ੍ਰਵਾਣਾ ਪਿੱਛੇ ਪਾਈਐ। ਜੇ ਕਿਤੇ ਆਪਣੇ ਆਪ ਨੂੰ ਯੋਣਾ ਚਾਹੁੰਦੇ ਹੋ, ਆਪਣੇ ਆਪ ਨੂੰ ਪਰਖਣਾ ਚਾਹੁੰਦੇ ਹੋ, ਮਹਾਰਾਜ ਸਮਝਾਉਂਦੇ ਰਹੇ ਆ ਕਿ ਜੋ ਕੰਮ ਕਰ ਰਹੇ ਹੋ ਉਹਨਾਂ ਕੰਮਾਂ ਦੀ ਇੱਜ਼ਤ ਰੱਬ ਦੇ ਘਰ ਵਿੱਚ ਹੈ। ਬਸ ਇਹ ਬੱਟਾ ਪਾ ਲਿਓ। ਮਹਾਰਾਜ ਕਹਿੰਦੇ ਜਦ ਵੀ ਆਪਣੇ ਆਪ ਤੇ ਸੋਚਣਾ ਹੋਊ ਨਾ, ਕਿਸੇ ਨੂੰ ਤਾਂ ਚੱਲ ਆਪਾਂ ਬਾਅਦ ਦੀਆਂ ਗੱਲਾਂ, ਆਪਣੇ ਆਪ ਤੇ ਟਿਕਾਈਏ। ਪਤ ਪ੍ਰਵਾਣਾ ਪਿੱਛੇ ਪਾਈਏ। ਮੇਰੇ ਜੋ ਮੈਂ ਕੰਮ ਕਰ ਰਿਹਾ ਹਾਂ, ਕੀ ਇਹਦੇ ਨਾਲ ਮੇਰੀ ਰੱਬ ਦੇ ਘਰ ਵਿੱਚ ਇੱਜ਼ਤ ਬਣੇਗੀ ਕਿ ਨਹੀਂ? ਤਾਂ ਨਾਨਕ ਤੋਲਿਆ ਜਾਪੈ। ਤਾਂ ਤੋਲ ਹੁੰਦਾ ਆਪਣੇ ਆਪ ਨੂੰ। ਗੁਰਬਾਣੀ ਤਾਂ ਐਂ ਤੋਲ ਕੇ ਰੱਖ ਦਿੰਦੀ ਹੈ। ਗੁਰਬਾਣੀ ਤਾਂ ਸ਼ੀਸ਼ਾ ਦਿਖਾ ਦਿੰਦੀ ਹੈ ਬੰਦੇ ਨੂੰ ਵੀ ਤੂੰ ਚੀਜ਼ ਕੀ ਹੈ। ਇਸੇ ਕਰਕੇ ਗੁਰਬਾਣੀ ਦੀ ਵਿਚਾਰ ਤਕਰੀਬਨ ਗੁਰੂ ਘਰਾਂ ਦੇ ਵਿੱਚੋਂ ਬੰਦ ਹੋ ਚੁੱਕੀ ਆ। ਖੜਕਵੀਂ ਵਿਚਾਰ, ਜੋ ਸਹੀ ਵਿਚਾਰ ਆ, ਉਹ ਨਹੀਂ ਲਿਪਾ ਪੋਚੀ ਕਰਕੇ ਕਬੀਰ ਵਰਗਿਆਂ ਦੇ ਜਿਹੜੇ ਐਡੇ ਕ੍ਰਾਂਤੀਕਾਰੀ ਯੋਧੇ, ਸੂਰਮੇ ਭਗਤ, ਉਹਨਾਂ ਦੀ ਬਾਣੀ ਨੂੰ ਵੀ ਗੋਲ ਮੋਲ ਕਰਕੇ ਸੁਣਾ ਦਿੱਤਾ ਜਾਂਦਾ। ਆਹ ਕੁਝ ਚੱਲ ਰਿਹਾ ਹੈ ਜੀ। ਮਹੱਲਾ ਪਹਿਲਾ। ਬਦੀ ਸੋ ਬੱਜਗ ਨਾਨਕਾ, ਸੱਚਾ ਵੇਖੈ ਸੋਏ। ਬਦੀ ਸੋ ਬੱਜਗ ਨਾਨਕਾ, ਇਹ ਜਿਹੜਾ ਹੈ ਬਦੀ, ਬੁਰੇ ਕੰਮ, ਇਹ ਬੱਜ ਗਏ, ਸਾਹਮਣੇ ਆ ਜਾਂਦੇ ਆ ਸਾਰੇ। ਪਹਿਲੇ ਪਾਤਸ਼ਾਹ ਜੀ ਸਮਝਾ ਰਹੇ ਹਨ, ਇਹ ਰੱਬ ਦੀ ਬੱਧੀ ਹੋਈ ਸ੍ਰਿਸ਼ਟੀ ਸਾਰੀ ਚੱਲ ਰਹੀ ਹੈ। ਸੱਚਾ ਵੇਖੈ ਸੋਏ, ਉਹ ਸੱਚਾ ਬੈਠਾ ਉੱਪਰ ਸਭ ਨੂੰ ਦੇਖ ਰਿਹਾ, ਗਲਤ ਨੂੰ ਵੀ ਦੇਖ ਰਿਹਾ, ਸਹੀ ਨੂੰ ਵੀ ਦੇਖ ਰਿਹਾ। ਅਖੀਰ ਦੇ ਵਿੱਚ ਆਪਣੇ ਆਪ ਦੇ ਵਿੱਚ ਧਰਮੀ ਬਣੇ ਬਹਿਣਾ,
ਇਹ ਗੱਲ ਵੱਖਰੀ ਹੈ ਕਿ ਮੈਂ ਆਪਣੇ ਆਪ ਨੂੰ ਵੱਡਾ ਸਮਝੀ ਬੈਠਾ, ਹਰੇਕ ਹੀ ਸਮਝੀ ਬੈਠਾ ਮਹਾਰਾਜ ਕਹਿੰਦੇ। ਪਰ ਤੋਲਣਾ ਪੈਣਾ ਸਾਨੂੰ ਕਾਹਦੇ ਨਾਲ, ਸਿੱਖਾਂ ਨੂੰ ਕਾਹਦੇ ਨਾਲ ਤੋਲਣਾ ਪੈਣਾ? ਗੁਰਬਾਣੀ ਦੀ ਕਸਵੱਟੀ ਤੇ ਲਾ ਕੇ ਆਪਣੇ ਆਪ ਨੂੰ ਤੋਲੋ ਕਿ ਜੋ ਕੋਈ ਕੰਮ ਕਰ ਰਹੇ ਆ ਕੀ ਗੁਰਬਾਣੀ ਦੇ ਮੁਤਾਬਕ ਆ, ਗੁਰਬਾਣੀ ਕਹਿ ਰਹੀ ਹੈ ਇਹ ਕਰਨ ਨੂੰ, ਜਾਂ ਗੁਰਬਾਣੀ ਤੋਂ ਉਲਟ ਕਰ ਰਹੇ ਆ, ਫਿਰ ਗੱਲ ਬਣਨੀ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਸਭ ਦੇ ਛਾਲਾਂ ਸਾਰੇ ਹੀ ਮਾਰਦੇ ਆ, ਮਹਾਰਾਜ ਕਹਿੰਦੇ ਕਰਤਾ ਕਰੇ ਸੋ ਹੋਏ। ਉਹ ਕਰਤੇ ਨੂੰ ਜੋ ਮਨਜ਼ੂਰ ਆ, ਜੋ ਸਹੀ ਕੰਮ ਕਰੇਗਾ, ਉਹ ਕਰਤੇ ਨੂੰ ਧਿਆਨ ਵਿੱਚ ਰੱਖ ਕੇ ਨਾਮ ਜਪੇਗਾ, ਚੰਗੇ ਕੰਮ ਕਰੇਗਾ, ਲੋਕ ਭਲਾਈ ਦੇ ਕਾਰਜ ਕਰੇਗਾ, ਪਹਿਲਾਂ ਆਪਣਾ ਭਲਾ ਕਰੇਗਾ, ਆਪਣੀਆਂ ਆਦਤਾਂ ਬੁਰੀਆਂ ਕੱਢੇਗਾ, ਚੰਗਾ ਇਨਸਾਨ ਬਣੇਗਾ, ਫਿਰ ਆਪਣੇ ਪਰਿਵਾਰ ਨੂੰ ਉਸ ਰਸਤੇ 'ਤੇ ਤੋਰੇਗਾ। ਇਹ ਸੀ ਸਬਰਨ ਦਾ ਕੰਮ, ਇਹ ਸੀ ਸ਼ੁਰੂਆਤ ਦਾ ਕੰਮ। ਪਰ ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਜੋ ਕਰਤੇ ਨੂੰ ਮਨਜ਼ੂਰ ਇਹ ਹੁੰਦੇ ਨਹੀਂ, ਛਾਲਾਂ ਆਪਦੀਆਂ ਸਾਰੀਆਂ ਮਾਰੀ ਜਾਂਦੇ ਆ। ਮਹਾਰਾਜ ਇਹ ਸਮਝਾ ਰਹੇ ਹਨ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵੇਂ। ਅੱਗੇ ਨਾ ਕੋਈ ਜਾਤ ਪਤ ਜਾਂਦੀ ਹੈ, ਜਾਤ ਦੇ ਹੰਕਾਰੀਆਂ ਨੂੰ ਸਮਝਾਇਆ ਗਿਆ। ਅੱਗੇ ਰੱਬ ਦੇ ਘਰੋਂ ਜਦੋਂ ਆਉਂਦੇ ਆ ਬੱਚੇ, ਕੋਈ ਜਾਤ ਪਾਤ ਨਹੀਂ ਹੁੰਦੀ, ਤੇ ਜਦੋਂ ਜਾਂਦੇ ਆ ਉਦੋਂ ਵੀ ਕੋਈ ਜਾਤ ਪਾਤ ਨਹੀਂ ਹੁੰਦੀ, ਇੱਕੋ ਹੀ ਕਿਰਿਆ ਹੁੰਦੀ ਹੈ। ਤੇ ਇਹ ਇੱਥੇ ਸਾਡੀਆਂ ਹੀ ਬਣਾਈਆਂ ਹੋਈਆਂ, ਅੱਗੇ ਕੁਛ ਨਹੀਂ ਹੈ। ਅੱਗੇ ਜਾਤ ਨਾ ਜ਼ੋਰ ਹੈ, ਨਾ ਜ਼ੋਰ ਆ। ਇੱਥੇ ਪਦਵੀਆਂ ਪੋਸਟਾਂ ਤੇ ਆਪਾਂ ਬਹਾ ਦਿੰਦੇ ਆ ਵੀ ਆਹ ਜੀ ਫਲਾਨੀ ਪਦਵੀ ਦਾ ਇਹ ਫਲਾਨਾ, ਇਹਦਾ ਜ਼ੋਰ ਆ। ਅੱਗੇ ਕੁਛ ਨਹੀਂ ਹੈ, ਅੱਗੇ ਤਾਂ ਸਾਰਿਆਂ ਨੂੰ ਹਿਸਾਬ ਕਿਤਾਬ ਦੇਣਾ ਪੈਣਾ, ਚਾਹੇ ਕੋਈ ਪ੍ਰਧਾਨ ਮੰਤਰੀ ਆ, ਮੁੱਖ ਮੰਤਰੀ ਹੈ, ਕੋਈ ਸੰਤ ਆ, ਕੋਈ ਮਹੰਤ ਆ, ਕੋਈ ਆਮ ਬੰਦਾ ਕੰਮ ਕਰਨ ਵਾਲਾ, ਸਭ ਨੂੰ ਲੇਖਾ ਆਪਣਾ ਦੇਣਾ ਪੈਣਾ। ਅੱਗੇ ਜੀਓ ਨਵੇਂ। ਉੱਥੇ ਕਿਸੇ ਦੀ ਨਹੀਂ ਚੱਲਦੀ ਕਿ ਮੈਂ ਫਲਾਨਾ, ਮੈਂ ਧਮਕਾਂ। ਕੱਪੜੇ ਕੁੱਪੜੇ ਇੱਥੇ ਦੁਨੀਆ 'ਚ ਹੀ ਚੱਲਦੇ ਆ, ਉੱਥੇ ਨਹੀਂ ਚੱਲਦੇ। ਉੱਥੇ ਤਾਂ ਨਾਗੇ ਆਵਾ ਤੇ ਨਾਗੇ ਹੀ ਜਾਣਾ। ਉੱਥੇ ਤਾਂ ਪਤ ਇੱਜ਼ਤ ਦੇ ਕੰਮ, ਕਰਮ ਕੀ ਕਰਕੇ ਗਿਆ ਉਹ ਨਾਲ ਲੈ ਕੇ ਜਾਣੇ ਆ ਭਾਈ। ਜਿਨ ਕੀ ਲੇਖੈ ਪਤ ਪਵੈ ਚੰਗੇ ਸੇ ਕੇ। ਜਿਨ੍ਹਾਂ ਦੀ ਪਤ ਇੱਜ਼ਤ ਲੇਖੇ ਦੇ ਵਿੱਚ ਪੈ ਜਾਂਦੀ ਹੈ ਉਹਨਾਂ ਨੂੰ ਚੰਗੇ ਕਿਹਾ ਜਾਂਦਾ ਹੈ। ਜੋ ਗੁਰੂ ਨਾਲ ਜੁੜ ਜਾਂਦੇ ਆ, ਸਤਿਗੁਰੂ ਨਾਲ ਜੁੜ ਜਾਂਦੇ ਆ, ਚੰਗੇ ਇਨਸਾਨ ਬਣ ਜਾਂਦੇ ਆ, ਸੱਚੇ ਧਰਮੀ ਬਣ ਜਾਂਦੇ ਆ, ਉਹਨਾਂ ਦੀ ਪਤ ਲੇਖੇ 'ਚ ਪੈਂਦੀ ਹੈ। ਉਹ ਤਾਂ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵਨ ਦਰਗਹਿ ਮਾਨ ਉਧਰ ਨੂੰ ਚੱਲ ਪੈਂਦੇ ਆ। ਤੇ ਜਿਹੜੇ ਨਕਲੀ ਆ ਇਹ ਫਿਰ ਆਪ ਵੀ ਡੁੱਬਦੇ ਆ ਤੇ ਆਪਦੇ ਚੇਲਿਆਂ ਨੂੰ ਵੀ ਡੋਬ ਦਿੰਦੇ ਹਨ ਜੀ। ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾਂ ਤਿੰਨੀ ਖਸਮ ਤੇ ਆਇਆ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਸਾਡੇ ਕੀ ਵਾਸਾ। ਧੁਰ ਕਰਮ, ਧੁਰ ਤੋਂ ਬਖਸ਼ਿਸ਼ ਤੁਸੀਂ ਕਰਦੇ ਹੋ ਜਿਨ੍ਹਾਂ ਕੋ ਤੁਧ ਪਾਇਆ। ਹੁਣ ਬਖਸ਼ਿਸ਼ ਕਿੰਨਾ ਤੇ ਹੁੰਦੀ ਹੈ? ਜਿਹੜੇ ਮਿਹਨਤ ਕਰਦੇ ਆ। ਕਰਮ ਖੰਡ ਚੌਥਾ ਖੰਡ ਆ, ਉਦੋਂ 3 ਖੰਡ ਪਹਿਲਾਂ ਮਿਹਨਤ ਦੇ ਆ, ਫਿਰ ਬਖਸ਼ਿਸ਼ ਦਾ ਖੰਡ ਆਉਂਦਾ। ਧਰਮ ਖੰਡ, ਮੈਂ ਧਰਮ ਨੂੰ ਸਮਝਣਾ, ਧਰਮ ਕੀ ਹੈ। ਮੈਂ ਨਿੱਕਾ ਜਿਹਾ ਧਰਮੀ ਆਪਦਾ ਹੀ ਚੱਕੀ ਫਿਰਦਾ ਤੜੂਖਾਨਾ ਜਿਹਾ, ਤੇ ਸਾਰੇ ਵੱਡੇ ਧਰਮ ਨੂੰ ਸਮਝਿਆ ਹੀ ਨਹੀਂ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਦਾ ਧਰਮ ਕੀ ਹੈ। ਇਹ ਸਮਝਣਾ ਪਹਿਲਾਂ ਤਾਂ, ਧਰਮ ਖੰਡ ਵਿੱਚ ਸੁਰਤ ਜਾਣੀ, ਫਿਰ ਗਿਆਨ ਲੈਣਾ, ਗੁਰਬਾਣੀ ਦਾ ਗਿਆਨ ਖੰਡ ਵਿੱਚ ਪਹੁੰਚਣਾ, ਫਿਰ ਇਸ ਗਿਆਨ ਤੇ ਚੱਲਣਾ ਜਿਹੜਾ ਸਭ ਤੋਂ ਔਖਾ ਸ਼ਰਮ ਖੰਡ, ਮਿਹਨਤ ਦਾ ਖੰਡ। ਕਿਉਂਕਿ ਲੋਕਾਂ ਦੇ ਨਾਲ ਟਕਰਾਅ ਹੋਣਾ ਸ਼ੁਰੂ ਹੋ ਜਾਣਾ ਇੱਥੇ, ਦੁਨੀਆ ਦੇ ਨਾਲ, ਝੂਠ ਦੇ ਨਾਲ, ਝੂਠੀ ਦੁਨੀਆ ਦੇ ਨਾਲ, ਸੱਚ ਵੱਲ ਨੂੰ ਚੱਲ ਪੈਣਾ, ਇਹ ਸ਼ਰਮ ਖੰਡ। ਫਿਰ ਜਦੋਂ ਇੱਧਰ ਨੂੰ ਚੱਲ ਪਿਆ, ਜਦੋਂ ਸਿੱਧਾ ਮੂੰਹ ਕਰ ਲਿਆ ਉਧਰਲੇ ਪਾਸੇ ਨੂੰ, ਜਦੋਂ ਰੱਬ ਨੂੰ ਯਕੀਨ ਹੋ ਗਿਆ ਵੀ ਹੁਣ ਨਹੀਂ ਡੋਲਦਾ, ਹੁਣ ਇਹ ਆਏਗਾ ਹੀ ਆਏਗਾ, ਫਿਰ ਵਰਤਦਾ ਸ਼ਰਮ ਖੰਡ, ਵਾਹਿਗੁਰੂ ਕਰਮ ਖੰਡ, ਬਖਸ਼ਿਸ਼ ਦਾ ਖੰਡ, ਤੇ ਫਿਰ ਉਸ ਤੋਂ ਬਾਅਦ ਸੱਚ ਖੰਡ। ਧੁਰ ਕਰਮ ਜਿਨ੍ਹਾਂ ਕੋ ਤੁਧ ਪਾਇਆ। ਹੇ ਵਾਹਿਗੁਰੂ, ਜਿਹੜੇ ਤੇਰੇ ਨਾਲ ਜੁੜ ਗਏ, ਜਿਹੜੇ ਸਤਿਗੁਰੂ ਨਾਲ ਜੁੜ ਗਏ, ਜਿਹੜੇ ਗੁਰੂ ਨਾਲ ਜੁੜ ਗਏ, ਉਹਨਾਂ ਨੇ ਹੌਲੀ 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 ਮਿਹਨਤ ਕਰਕੇ ਤੇਰੀ ਕਿਰਪਾ ਦੇ ਪਾਤਰ ਬਣ ਗਏ, ਤੇਰੀ ਬਖਸ਼ਿਸ਼ ਦਾ ਉਹਨਾਂ ਨੇ ਪ੍ਰਸ਼ਾਦ ਪ੍ਰਾਪਤ ਕਰ ਲਿਆ, ਤਾਂ ਤਿੰਨੀ ਖਸਮ ਤੇ ਆਇਆ। ਬਸ ਉਹਨਾਂ ਨੇ ਸਮਝ ਲਓ ਖਸਮ ਨੂੰ, ਪਰਮਾਤਮਾ ਨੂੰ ਧਿਆਨ ਦੇ ਵਿੱਚ ਰੱਖਿਆ, ਜਾਂ ਕਹਿ ਲਈਏ ਵੀ ਜਿਨ੍ਹਾਂ ਨੇ ਖਸਮ ਨੂੰ ਧਿਆਨ ਦੇ ਵਿੱਚ ਰੱਖਿਆ। ਕੋਈ ਵੀ ਕੰਮ ਕਰਨ ਲੱਗੇ, ਇੱਕ ਹੁੰਦਾ 1 ਨੰਬਰ ਦੇ ਕੰਮ, ਇੱਕ ਹੁੰਦੇ ਆ 2 ਨੰਬਰ ਦੇ ਕੰਮ। ਹੁਣ 1 ਨੰਬਰ ਦੇ ਕੰਮ ਕਰੂ ਜਿਹਨੂੰ ਖਸਮ ਧਿਆਨ 'ਚ ਆ, 2 ਨੰਬਰ ਦੇ ਕਰੂਗਾ ਜਿਹੜਾ ਖਸਮ ਨੂੰ ਭੁੱਲ ਗਿਆ। ਤਾਂ ਤਿੰਨੀ ਖਸਮ ਧਿਆਇਆ। ਜਿਨ੍ਹਾਂ ਨੇ ਖਸਮ ਨੂੰ ਧਿਆਇਆ ਉਹਨਾਂ ਨੇ ਕਰਮ ਪ੍ਰਾਪਤ ਕਰ ਲਿਆ, ਬਖਸ਼ਿਸ਼ ਪ੍ਰਾਪਤ ਕਰ ਲਈ, ਚੰਗੇ ਕੰਮ ਕਰਕੇ ਸੋਭਾ ਪ੍ਰਾਪਤ ਕਰ ਲਈ, ਇੱਜ਼ਤ ਪ੍ਰਾਪਤ ਕਰ ਲਈ ਪਰਮਾਤਮਾ ਦੇ ਘਰ ਦੇ ਵਿੱਚ। ਇਹਨਾਂ ਜਨਤਾਂ ਕੈ ਬਸ ਕਿਛ ਨਾਹੀ ਤੁਧ ਵੇਖੀ ਜੰਤ ਪਾਇਆ। ਇਹ ਆਪਣੀ ਮਰਜ਼ੀ ਨਾਲ ਜੰਤ ਕਹਿਣ
ਤਾਂ ਕੁਛ ਨਹੀਂ, ਬਸ ਕੁਛ ਨਹੀਂ ਹੈ। ਜੇ ਸਤਿਗੁਰੂ ਨਾਲ ਜੁੜ ਗਏ ਫਿਰ ਬਹੁਤ ਕੁਛ ਆ, ਆਪਣੀ ਮਰਜ਼ੀ ਨਾਲ ਕੁਛ ਨਹੀਂ। ਇਹਨਾਂ ਜਨਤਾਂ ਦੇ ਵਸ ਕਿਛ ਨਾਹੀਂ, ਇਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਤੁਧ ਵੇਖੀ ਜਗਤ ਪਾਇਆ। ਤੁਸੀਂ ਵੱਖ ਵੱਖ ਤਰ੍ਹਾਂ ਦਾ ਪ੍ਰਮਾਤਮਾ ਜਗਤ ਪੈਦਾ ਕਰ ਦਿੱਤਾ, ਚੰਗੇ ਵੀ ਬੁਰੇ ਵੀ, ਥੋੜ੍ਹੇ ਬੁਰੇ ਵੀ ਬਹੁਤੇ ਬੁਰੇ ਵੀ, ਥੋੜ੍ਹੇ ਚੰਗੇ ਵੀ ਬਹੁਤੇ ਚੰਗੇ ਵੀ, ਬਾਹਲੇ ਚੰਗੇ ਜੀ, ਤੇ ਜਾਂ ਕਹਿ ਲਈਏ ਮੁਕਤ ਹੋਏ ਜੀ। ਇਸ ਤਰ੍ਹਾਂ ਦਾ ਸਾਰਾ ਜਗਤ ਦੇ ਵਿੱਚ, ਜਿਵੇਂ ਆਪਾਂ ਅੱਗੇ ਵੀ ਪੜ੍ਹਦੇ ਹਾਂ ਵੀ ਇਹ ਵੱਡੀ ਦੁਨੀਆ ਦੇ ਵਿੱਚ ਛੋਟੀ ਛੋਟੀ ਦੁਨੀਆ। ਹੁਣ ਮੈਂ ਇਸ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨਾ ਤਾਂ ਹੁਣ ਮੈਨੂੰ ਸੋਚਣਾ ਪੈਣਾ ਮੈਂ ਕਿਹੜੀ ਪਾਰਟੀ ਨਾਲ ਲੜਨਾ, ਝੂਠ ਵਾਲੀ ਨਾਲ, ਥੋੜ੍ਹੇ ਝੂਠ ਵਾਲੀ ਨਾਲ, ਜ਼ਿਆਦਾ ਝੂਠ ਵਾਲੀ ਨਾਲ, 2 ਨੰਬਰ ਵਾਲਿਆਂ ਨਾਲ, ਜਾਂ ਨਕਲੀ ਧਰਮੀਆਂ ਨਾਲ, ਜਾਂ ਸੱਚੀ ਗੁਰਬਾਣੀ ਨਾਲ। ਇਹ ਮੈਂ ਡਿਸੀਜਨ ਲੈਣਾ, ਮੈਨੂੰ ਸਮਝਾਉਣਾ ਮੇਰੇ ਆਗੂਆਂ ਨੇ, ਮੇਰੇ ਮੁਖੀਆਂ ਨੇ ਕਿ ਭਾਈ ਤੂੰ ਝੂਠ ਦੇ ਨਾਲ ਨਹੀਂ ਜੁੜਨਾ, ਤੂੰ ਸੱਚ ਦੇ ਨਾਲ ਜੁੜਨਾ। ਸਾਡੇ ਗੁਰੂਆਂ ਨੇ ਇਹੀ ਸਮਝਾਇਆ, ਵੱਖਰੀ ਵੱਖਰੀ ਦੁਨੀਆ ਤੇ ਅਸੀਂ ਚੰਗੇ ਬਣਨਾ ਭਾਈ। ਇੱਕ ਨਾ ਨੂੰ ਤੂੰ ਮੇਲ ਲੈ, ਇੱਕ ਆਪੋ ਤੁਧ ਖਵਾਇਆ। ਹੇ ਪ੍ਰਮਾਤਮਾ, ਇੱਕ ਨਾ ਨੂੰ ਤੂੰ ਜਿਹੜੇ ਚੰਗੇ ਕੰਮ ਕਰਦੇ ਆ ਆਪਣੇ ਨਾਲ ਮਿਲਾ ਲੈਣਾ, ਜਿਹੜੇ ਮਿਲਣਾ ਚਾਹੁੰਦੇ ਆ, ਜਿਨ੍ਹਾਂ ਦੇ ਅੰਦਰ ਤਾਂਘ ਪੈਦਾ ਹੋ ਜਾਂਦੀ ਹੈ, ਜਿਹੜੇ ਮਿਲਣ ਦੀ ਜਿਹੜੇ ਮਿਹਨਤ ਕਰਦੇ ਆ ਮਿਲਣ ਵਾਸਤੇ, ਜਿਹੜੇ ਲੇਲੜੀਆਂ ਕੱਢਦੇ ਆ, ਜਿਹੜੇ ਨਾਮ ਜਪਦੇ ਆ, ਉਹਨਾਂ ਨੂੰ ਤੂੰ ਮਿਲਾ ਲੈਣਾ। ਇੱਕ ਆਪੋ ਤੁਧ ਖਵਾਇਆ। ਇੱਕ ਆ ਜਿਹੜੇ ਧਰਮੀ ਐਸੇ ਆ, ਇੱਕ ਤਾਂ ਚੱਲਦੇ ਆ, ਦੇਖੋ ਇੱਥੇ ਦੋਨੋਂ ਸਪਸ਼ਟ ਹੋ ਗਈਆਂ ਗੱਲਾਂ। ਅਸਲੀ ਧਰਮੀ ਆ ਜਿਹੜੇ ਉਹ ਪ੍ਰਮਾਤਮਾ ਦੇ ਮਿਲਾਪ ਵਾਸਤੇ ਧਰਮੀ ਬਣਦੇ ਆ। ਦੂਜੇ ਧਰਮੀ ਆ ਜਿਹੜੇ ਨਕਲੀ, ਉਹ ਮਾਇਆ ਵਾਸਤੇ ਧਰਮੀ ਬਣਦੇ ਆ। 2 ਤਰ੍ਹਾਂ ਦੇ ਧਰਮੀ ਹੁੰਦੇ ਆ। ਹੁਣ ਜਿਹੜੇ ਸੱਚੇ ਨਾਮ ਨਾਲ ਚੱਲਦੇ ਆ ਉਹਨਾਂ ਨੂੰ ਤੂੰ ਮੇਲ ਲੈਣਾ। ਇੱਕ ਆਪੋ ਤੁਧ ਖਵਾਇਆ। ਇੱਕ ਤੂੰ ਤਾਂ ਹੁਣ ਭੇਤੀ ਆ, ਤੂੰ ਤਾਂ ਜਾਣਕਾਰ ਆ, ਤੂੰ ਤਾਂ ਜਾਣੀ ਜਾਣ ਆ, ਤੂੰ ਤਾਂ ਅੰਤਰਜਾਮੀ ਆ, ਤੂੰ ਤਾਂ ਅੰਦਰ ਦੀਆਂ ਜਾਣ ਲੈਣਾ। ਜੇ ਕੋਈ ਉਸ ਤਰ੍ਹਾਂ ਮਾਇਆ ਕਮਾਉਣ ਵਾਸਤੇ ਧਰਮੀ ਬਣਿਆ, ਉਹਨੂੰ ਤੂੰ ਖੁਆਰ ਕਰਦਾ, ਉਹਨੂੰ ਤੂੰ ਖੁਆ ਦਿੰਨਾ, ਉਹਨੂੰ ਤੂੰ ਪਰੇ ਤੱਕ ਦਿੰਨਾ ਵੀ ਆਹ ਚੱਕ ਮਾਇਆ, ਤੇ ਜਦ ਤੁਰਦਾ ਲੱਗ ਹੁਣ ਇੱਧਰ ਨੂੰ ਨਾਮ ਵਾਲੇ ਪਾਸੇ ਨਾ ਹੀ, ਤੇ ਮਾਇਆ ਦੇ ਨਾਲ ਹੀ ਉਹ ਬੁੱਕ ਕਮਾਇਆ। ਮਹਾਰਾਜ ਦੀ ਤਾਂ ਬੁੱਕ ਕੀ ਬੜੀ ਹੈ ਨਾ, ਇੱਕ ਬੁੱਕ ਕਿ ਸਿੱਟ ਦਿੰਦਾ ਉਹੋ ਜਿਹਿਆਂ ਨੂੰ ਵੀ ਜਾ ਖੇਡੀ ਚੱਲੋ, ਉਹਦੇ 'ਚ ਹੀ ਬੰਦਾ ਅਲਝ ਜਾਂਦਾ। ਜਿਵੇਂ ਚੋਰ ਚੋਰੀ ਕਰਨ ਆਏ ਕੁੱਤੇ ਮੂਹਰੇ ਹੱਡੀ ਜੀ ਸਿੱਟ ਦਿੰਦੇ ਆ, ਉਹ ਹੱਡੀ ਚੜ੍ਹ ਜਾਂਦਾ, ਚੋਰ ਚੋਰੀ ਕਰਕੇ ਲੈ ਜਾਂਦੇ ਆ। ਇਸੇ ਤਰ੍ਹਾਂ ਪਰਮਾਤਮਾ ਫਿਰ ਜਿਨ੍ਹਾਂ ਦਾ ਧਿਆਨ ਮਾਇਆ 'ਚ ਲੱਗ ਜਾਂਦਾ ਉਹਨਾਂ ਨੂੰ ਬੁੱਕ ਮਾਇਆ ਦਾ ਸਿੱਟ ਦਿੰਦਾ, ਪਰ ਉਹ ਮਿਲਾਪ ਨਹੀਂ ਕਰ ਸਕਦੇ, ਉਹ ਮਾਇਆ ਵਾਲੇ ਪਾਸੇ ਹੀ ਖੁਆਰ ਹੁੰਦੇ ਰਹਿੰਦੇ ਹਨ ਜੀ। ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ। ਇਹ ਸਾਰੀ ਵਿਚਾਰ ਦਾ ਪਤਾ ਕੀ ਲੱਗੂ, ਸੱਚਾ ਧਰਮ ਕੀ ਹੈ, ਝੂਠਾ ਧਰਮ ਕੀ ਹੈ, ਨਕਲੀ ਧਰਮੀ ਕੀ ਹੈ, ਅਸਲੀ ਧਰਮੀ ਕੀ ਹੈ, ਮੁਕਤੀ ਕੀ ਹੈ, ਮਾਇਆ ਕਿਵੇਂ ਕਮਾਉਣੀ ਹੈ, ਪੈਸੇ ਕਿਵੇਂ ਕਮਾਉਣੇ ਆ, ਇਹ ਸਾਰਾ ਕੁਝ ਕਿੱਥੋਂ ਪਤਾ ਲੱਗੂ। ਧਰਮ ਤੋਂ ਪੈਸੇ ਕਮਾਉਣ ਦਾ ਮਤਲਬ ਵੀ ਨਕਲੀ ਧਰਮੀ ਨੇ ਪੈਸੇ ਕਿਵੇਂ ਕਮਾਉਣੇ ਆ, ਇਹ ਤਾਂ ਸਾਰਾ ਕੁਝ ਜਾਣਦਾ ਹੀ ਹੈ ਮਨੁੱਖ। ਪਰ ਸੱਚਾ ਧਰਮ ਕਿਵੇਂ ਕਮਾਉਣਾ, ਸੱਚੇ ਨਾਲ ਕਿਵੇਂ ਜੁੜਨਾ, ਇਹ ਸਾਰਾ ਕੁਝ ਪਤਾ ਲੱਗੂ ਗੁਰੂ ਨਾਲ ਜੁੜੇ ਤੋਂ। ਗੁਰੂ ਆ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਦੀ ਗੱਲ ਜਿਹਨੇ ਮੰਨ ਲਈ, ਜਿਹਨੇ ਗੁਰਬਾਣੀ ਨੂੰ ਜਾਣ ਲਿਆ, ਗੁਰਬਾਣੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਗੁਰ ਕਿਰਪਾ ਤੇ ਜਾਣਿਆ, ਇਹ ਨਕਲ ਅਸਲ ਦਾ ਜਿਹੜਾ ਪਛਾਣ ਹੋਈ, ਇਹ ਪਤਾ ਲੱਗਿਆ ਵੀ ਆਹ ਅਸਲੀ ਆ ਨਕਲੀ ਆ। ਕਿਉਂਕਿ ਜਿੰਨਾ ਚਿਰ ਪਤਾ ਹੀ ਨਹੀਂ ਲੱਗਣਾ ਉਹਨਾਂ ਚਿਰ ਤਾਂ ਅਸੀਂ ਨਕਲੀਆਂ ਨਾਲ, ਕਿਉਂਕਿ ਉਹਨਾਂ ਦੀ ਸ਼ੋਅ ਆਫ ਜ਼ਿਆਦੇ ਆ। ਜਿਹੜਾ ਨਕਲੀ ਕੁਆਲਿਟੀ, ਜਿਹੜੀ ਤਾਂ ਅਸਲੀ ਬਾਟਾ ਦੀ ਜੁੱਤੀ ਹੋਊਗੀ, ਉਹਦੀ ਸ਼ੋਅ ਆਫ ਨਹੀਂ ਉਨੀ ਜ਼ਿਆਦਾ ਹੋਊਗੀ, ਉਹ ਸਧਾਰਨ ਹੋਏਗੀ, ਹੰਢਣਦਾਰ ਹੋਏਗੀ। ਜਿਹੜੀ ਨਕਲੀ ਬਾਟਾ ਹੋਏਗੀ ਉਹਦੇ ਤੇ ਚਮਕਾਂ ਚੁਮਕਾਂ ਬਹੁਤ ਹੋਣਗੀਆਂ, ਬਹੁਤ ਕੁਝ ਚਮਕਾਇਆ ਹੋਊਗਾ। ਇਸੇ ਤਰ੍ਹਾਂ ਜਿਹੜੇ ਅਸਲੀ ਧਰਮੀ ਆ, ਅਸਲੀ ਆ, ਉਹ ਸਾਦੇ ਹੋਣਗੇ। ਜੋ ਦੂਜੇ ਆ ਜਿਹੜੇ, ਉਹ ਬਹੁਤ ਸੱਜ ਧੱਜ ਕੇ ਆਪਣੇ ਆਪ ਨੂੰ ਬਹਿਣਗੇ, ਨਕਲੀ ਆ ਜਿਹੜੇ। ਇਹ ਸਮਝ ਕਿਵੇਂ ਪੈਂਦੀ ਹੈ? ਸਮਝ ਪੈਂਦੀ ਹੈ ਗੁਰੂ ਤੋਂ। ਗੁਰਬਾਣੀ ਤੋਂ ਬਿਨਾਂ ਨਹੀਂ ਜਾਣਿਆ ਜਾ ਸਕਦਾ। ਜਿਵੇਂ ਜਿਵੇਂ ਗੁਰਬਾਣੀ ਨਾਲ ਜੁੜਦੇ ਜਾਵਾਂਗੇ ਸਾਡੇ ਅੰਦਰ ਗਿਆਨ ਆਉਂਦਾ ਜਾਊਗਾ। ਬਸ ਸਾਡੀ ਸੋਚ ਆ ਜਿਹੜੀ ਸੁਰਤ ਉੱਚੀ ਹੁੰਦੀ ਜਾਊਗੀ। ਸਾਡਾ ਸੱਚ ਤੇ ਝੂਠ ਦਾ ਆਪਣੇ ਆਪ ਹੀ ਨਖੇੜਾ ਹੁੰਦਾ ਜਾਊਗਾ। ਸਾਨੂੰ ਪਤਾ ਲੱਗ ਜੂਗਾ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬੁਝਾਇਆ। ਜਿਹੜਾ ਜਿੱਥੇ ਤੁਸੀਂ ਆਪ ਬੁਝਾਉਂਦੇ ਹੋ, ਆਪ ਗੁਰੂ ਪ੍ਰਗਟ ਹੋ ਕੇ ਸਮਝਾਉਂਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ, ਇੱਥੇ ਕੌਣ ਕਹਿ ਰਿਹਾ? ਗੁਰੂ ਜੀ। ਹੁਣ ਸਾਨੂੰ ਆਪ, ਮੇਰੇ ਤਾਂ ਇੱਕ ਸਿਰਫ ਮੈਂ ਤਾਂ ਸਪੀਕਰ ਦੇ ਤੌਰ 'ਤੇ ਆ, ਪਿੱਛੋਂ ਗਿਆਨ ਜੋ ਗੁਰੂ ਦਾ ਉਹ ਅੱਗੇ ਸੁਣਾਈ ਜਾ ਰਿਹਾ। ਜੇ ਤਾਂ ਸੁਣਾਉਣ 'ਚ ਮੇਰੀ ਆਵਾਜ਼ ਸਾਫ਼ ਆ ਤਾਂ ਠੀਕ ਆ, ਨਹੀਂ ਬਦਲਿਆ ਵੀ ਜਾ ਸਕਦਾ। ਬੰਦਾ ਤਾਂ ਸਪੀਕਰ ਦਾ ਕੰਮ ਕਰਦਾ, ਗਿਆਨ ਤਾਂ ਸਿੱਧਾ ਪਿੱਛੋਂ ਆ ਰਿਹਾ। ਜਿਵੇਂ ਨਿਊਟਨ ਦੇ ਨਿਯਮ ਆ, ਪੜ੍ਹਾ ਪ੍ਰੋਫੈਸਰ ਰਿਹਾ, ਵਧੀਆ ਪੜ੍ਹਾ ਰਿਹਾ,
ਤਾਂ ਰੱਖ ਲਓ, ਨਹੀਂ ਵਧੀਆ ਪੜ੍ਹਾ ਰਿਹਾ ਤਾਂ ਹੋਰ ਕੋਈ ਬਦਲ ਲਓ, ਸਾਡਾ ਤਾਂ ਇੰਨਾ ਕੀ ਕੰਮ ਆ ਭਾਈ। ਉਹ ਆਪ ਬੁਝਾ ਰਿਹਾ, ਆਪ ਬਖਸ਼ਿਸ਼ ਕਰ ਰਿਹਾ, ਆਪ ਕਿਰਪਾ ਕਰ ਰਿਹਾ। ਗੁਰੂ ਦੇ ਕੋਲ ਬੈਠਣਾ ਸੁਣਨਾ ਸਾਡਾ ਫਰਜ਼ ਹੈ ਭਾਈ। ਸਹਿਜੇ ਹੀ ਸੱਚ ਸਮਾਇਆ, ਜਿਵੇਂ ਸਹਿਜੇ ਸਹਿਜੇ ਹੀ ਸਕੂਲ ਦੇ ਵਿੱਚ ਬੱਚਾ ਜਾਂਦਾ, 1 ਸਾਲ ਅਗਰ ਪੂਰੇ ਲੈਕਚਰ ਮਿਸ ਨਾ ਕਰੇ ਤਾਂ ਬਹੁਤੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ, ਬੱਚੇ ਨੂੰ ਸਹਿਜੇ ਹੀ ਪਾਸ ਹੋ ਜਾਂਦਾ ਹੈ। ਇਸੇ ਤਰ੍ਹਾਂ ਐ ਮਨੁੱਖ, ਐ ਸਿੱਖਾ, ਜੇ ਤੂੰ ਹਰ ਰੋਜ਼ ਆਪਣੇ ਜੀਵਨ ਦੇ ਵਿੱਚੋਂ 1 ਘੰਟਾ ਸ਼ਬਦ ਦੀ ਵਿਚਾਰ ਵਾਸਤੇ ਕੱਢ ਲਵੇਂ ਤਾਂ ਸਹਿਜੇ ਹੀ ਪਰਮਾਤਮਾ ਦੀ ਕਚਹਿਰੀ ਵਿੱਚ ਪ੍ਰਵਾਨ ਹੋ ਜਾਵੇਗਾ, ਪਾਸ ਹੋ ਜਾਵੇਗਾ। ਸਹਿਜੇ ਹੀ ਸੱਚ ਸਮਾਇਆ, ਜਿਵੇਂ ਸਹਿਜੇ 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 ਬੱਚੇ ਦੇ ਅੰਦਰ ਪੜ੍ਹਾਈ ਸਮਾ ਜਾਂਦੀ ਹੈ, ਪੜ੍ਹਾਈ ਦਾ ਗਿਆਨ ਸਮਾ ਜਾਂਦਾ, ਹੌਲੀ 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 ਸਾਲ ਦੇ ਵਿੱਚ ਅਗਲੀ ਕਲਾਸ 'ਚ ਜਾਣ ਜੋਗਾ ਹੋ ਜਾਂਦਾ। ਇਸੇ ਤਰ੍ਹਾਂ ਐ ਸਿੱਖਾ, ਤੂੰ ਵੀ ਇੱਕ ਵਿਦਿਆਰਥੀ ਆ, ਸਿੱਖ ਵੀ ਇੱਕ ਵਿਦਿਆਰਥੀ ਆ। ਗੁਰੂ ਸਾਡੀ ਗੁਰਬਾਣੀ ਹੈ, ਗੁਰਬਾਣੀ ਦੇ ਨਾਲ ਜੁੜ ਭਾਈ, ਹਰ ਰੋਜ਼ ਜੁੜ। ਅੱਵਲ ਤਾਂ ਜ਼ਰੂਰੀ ਹੈ ਸਵੇਰੇ ਤੇ ਸ਼ਾਮ, 1 ਘੰਟਾ ਸਵੇਰੇ 1 ਘੰਟਾ ਸ਼ਾਮ ਗੁਰਬਾਣੀ ਦੀ ਵਿਚਾਰ ਹੋਣੀ ਚਾਹੀਦੀ ਹੈ। ਚਲੋ ਜੇ ਸ਼ਾਮ ਨੂੰ ਨਹੀਂ ਜੁੜ ਸਕਦਾ, ਕੰਮ ਧੰਦੇ ਆ, ਮੰਨ ਲੈਂਦੇ ਆ, ਸਵੇਰ ਵੇਲੇ ਤਾਂ ਤੇਰਾ ਆਪਣਾ ਸਮਾਂ ਨਾ, ਉਹ ਤਾਂ ਕੰਮ ਤੇ ਜਾਣ ਤੋਂ ਪਹਿਲਾਂ ਵੀ ਤੂੰ ਗੁਰਬਾਣੀ ਦੀ ਵਿਚਾਰ ਕਰ ਸਕਦਾ, ਸੁਣ ਸਕਦਾ, ਪੜ੍ਹ ਸਕਦਾ। ਜਿੱਥੇ ਇਹ ਗੁਰਬਾਣੀ ਦੀ ਸਹੀ ਵਿਚਾਰ ਹੋਵੇਗੀ ਉੱਥੇ ਬਹੁਤੀ ਮਿਹਨਤ ਦੀ ਲੋੜ ਨਹੀਂ, ਸਹਿਜੇ ਹੀ ਲੋਕ ਸੱਚ ਵਿੱਚ ਸਮਾ ਜਾਣਗੇ। ਇਹਦਾ ਭਾਵ ਇਹ ਹੋਇਆ ਵੀ ਜੇ ਸੱਚ ਵਿੱਚ ਅਸੀਂ ਨਹੀਂ ਸਮਾਏ ਤਾਂ ਗੁਰਬਾਣੀ ਦੀ ਸੱਚੀ ਵਿਚਾਰ ਸਾਨੂੰ ਸੁਣਨ ਨੂੰ ਨਹੀਂ ਮਿਲੀ। ਇਸ ਕਰਕੇ ਉਹ ਮਿਲਾਵਟ ਵਾਲੀ ਚੀਜ਼ ਨਾਲੋਂ ਆਪਣੀ ਬਣਾ ਕੇ ਖਾਓ, ਆਪ ਗੁਰਬਾਣੀ ਨਾਲ ਜੁੜੋ, ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੋ, ਆਪ ਪੜ੍ਹੋ, ਆਪ ਸੁਣੋ, ਆਪ ਸਮਝੋ। ਜਾਂ ਕੋਈ ਵਿਸ਼ਵਾਸ ਪਾਤਰ ਹੋਵੇ ਜਿਹੜਾ ਇਹ ਤੋਂ ਕਮਾਈ ਨਾ ਕਰਦਾ ਹੋਵੇ, ਜਿਹਦਾ ਮਾਇਆ ਨਾ ਕਮਾਉਂਦਾ ਹੋਵੇ ਗੁਰਬਾਣੀ ਤੋਂ, ਉਹਨੂੰ ਬੇਨਤੀ ਕਰੋ। ਕੋਈ ਸਾਡੇ ਤੋਂ ਅੱਗੇ ਵੀ ਬਹੁਤ ਹੁੰਦੇ ਐ, ਐਸੀ ਗੱਲ ਨਹੀਂ, ਬਸ ਆਪਣੇ ਅੰਦਰ ਤਾਂਘ ਪੈਦਾ ਕਰੋ। ਆ ਸਾਰੀ ਗੱਲਬਾਤ ਦਾ, ਸਾਰੀਆਂ ਵਿਚਾਰਾਂ ਦਾ ਇਹ ਸਾਰਾ ਸਿੱਟਾ ਕੀ ਆ, ਨਿਚੋੜ ਕੀ ਹੈ ਕਿ ਸਾਡੇ ਅੰਦਰ ਤਾਂਘ ਪੈਦਾ ਹੋ ਜਾਵੇ ਸੱਚ ਨੂੰ ਜਾਣਨ ਦੀ, ਗੁਰਬਾਣੀ ਨੂੰ ਜਾਣਨ ਦੀ, ਸਾਡੇ ਅੰਦਰ ਪਿਆਸ ਪੈਦਾ ਹੋ ਜਾਵੇ। ਘੋੜੇ ਨੂੰ ਖਿੱਚ ਧੂ ਕੇ ਖੇਲ ਤੱਕ ਤਾਂ ਲਿਜਾਇਆ ਜਾ ਸਕਦਾ, ਪਰ ਪਾਣੀ ਉਹ ਆਪਣੀ ਮਰਜ਼ੀ ਨਾਲ ਪੀਊਗਾ। ਇਸੇ ਤਰ੍ਹਾਂ ਮਨ ਰੂਪੀ ਘੋੜੇ ਨੂੰ ਖਿੱਚ ਕੇ ਤਾਂ ਲਿਆਇਆ ਜਾ ਸਕਦਾ। ਗੁਰੂ ਘਰਾਂ ਦੇ ਵਿੱਚ ਵਿਚਾਰ ਵਾਲੀ ਥਾਂ ਤੇ ਸਤ ਸੰਗਤ ਦੇ ਵਿੱਚ ਪਾਣੀ ਇਹਨੇ ਆਪਣੀ ਮਰਜ਼ੀ ਨਾਲ ਪੀਣਾ। ਮਰਜ਼ੀ ਨਾਲ ਪਾਣੀ ਕਦੋਂ ਪੀਊਗਾ? ਜਦੋਂ ਇਹ ਵਿਚਾਰ ਸੁਣਨ ਲੱਗ ਗਿਆ। ਵਿਚਾਰ ਸੁਣਦਾ ਸੁਣਦਾ ਇਹਨੂੰ ਅਕਲ ਆਉਣੀ ਸ਼ੁਰੂ ਹੋ ਜਾਣੀ ਹੈ, ਮੱਤ ਆਉਣੀ ਸ਼ੁਰੂ ਹੋ ਜਾਣੀ ਹੈ। ਰੱਬ ਕਰੇ ਕਿਸੇ ਦਿਨ ਆਪਦੇ ਤੇ ਹੀ ਢੁੱਕ ਜਾਵੇ ਵੀ ਮੈਂ ਵੀ ਨਕਲੀ ਹੋਈ ਹਾਂ, ਮੈਂ ਵੀ ਅਸਲੀ ਬਣਨਾ, ਮੈਂ ਵੀ ਸੱਚ ਵੱਲ ਨੂੰ ਚੱਲਣਾ। ਬਸ ਜਿੱਦਾਂ ਇਹ ਪਿਆਸ ਪੈਦਾ ਹੋਗੀ, ਜਿਹਦੇ ਅੰਦਰ ਇਹ ਤਾਂਘ ਪੈਦਾ ਹੋਗੀ, ਗੁਰਬਾਣੀ ਤਾਂ ਫਿਰ ਆਵਾਜ਼ਾਂ ਮਾਰ ਰਹੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਤਾਂ ਆਏ ਬਾਹਾਂ ਖਿਲਾਰੀਆਂ ਹੋਈਆਂ, ਭਾਈ ਆਓ ਸਿੱਖੋ, ਮੇਰੇ ਗਲ ਲੱਗੋ, ਗਿਆਨ ਪ੍ਰਾਪਤ ਕਰੋ। ਹੁਣ ਆਪਣਾ ਫਰਜ਼ ਬਣਦਾ ਇਹ ਸਾਰਿਆਂ ਦਾ ਕਿ ਆਪ ਵੀ ਗੁਰਬਾਣੀ ਦੇ ਨਾਲ ਜੁੜੀਏ, ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜੀਏ। ਬਹੁਤ ਵੱਡਾ ਖਜ਼ਾਨਾ, ਇਸ ਖਜ਼ਾਨੇ ਤੋਂ ਵਾਂਝੇ ਨਾ ਰਹਿ ਜਾਈਏ। ਭੁੱਲਾਂ ਚੁੱਕਾਂ ਦੀ ਮਾफ़ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।